ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਈ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰੰਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਖ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰੂ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰਤਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ। ਤਾਤ ਸਰਬ ਆਸੁਰ ਲਖੀਜੈ, ਸਿਮਰਨ ਸਾਰ ਏਕ ਪ੍ਰਭ ਕੀਜੈ। ਜੀਵਤ ਮਿਰਤਕ ਮਰੈ ਨਹਿ ਸੇਈ, ਆਨੰਦ ਮਗਨ ਹੋਤ ਹੈ ਤੇਈ। ਤਾਤ ਸਰਬ ਆਸਾਰ ਲਖੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਚਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਤ ਸੰਗਤ ਜੀਓ। ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕੀਤੀ ਹੈ, ਇਸ ਕਲਯੁਗ ਦੇ ਸਮੇਂ ਵਿੱਚ ਸਰੀਰ ਧਾਰ ਕੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਪੁਰਾਤਨ ਸਮੇਂ ਦੇ ਅਵਤਾਰਾਂ ਦੇ ਨਾਲੋਂ ਕੁਝ ਅਨੋਖੇ ਕੌਤਕ ਕੀਤੇ ਹਨ, ਜਿਨ੍ਹਾਂ ਦੁਆਰਾ ਜੀਵਾਂ ਦੇ ਤਾਈਂ ਅਕਾਲ ਪੁਰਖ ਪਰਮੇਸ਼ਵਰ ਦੀ ਪ੍ਰੇਮਾ ਭਗਤੀ, ਨਾਮ ਦਾ ਸਿਮਰਨ, ਪਰਮੇਸ਼ਵਰ ਦਾ ਕਥਾ ਕੀਰਤਨ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ। ਜੋ ਬੜੇ ਬੜੇ ਆਖੀ ਹਿਰਦੇ ਸਨ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ। ਜਿੱਥੇ ਜ਼ਰੂਰਤ ਪਈ ਉੱਥੇ ਗੋਲਾ ਗਿਆਨ ਚਲਾਇਆ। ਮੇਰੇ ਸਤਿਗੁਰੂ ਨੇ ਕਰਾਮਾਤ ਦੀ ਤੋਪ ਵਿੱਚੋਂ ਗਿਆਨ ਦਾ ਗੋਲਾ ਚਲਾ ਕੇ ਆਕੀ ਗੜ੍ਹ ਤੋੜੇ। ਬੜੇ ਬੜੇ ਰਾਜੇ ਮਹਾਰਾਜੇ, ਲਾਜਵਰਦ ਵਰਗੇ ਪਾਤਸ਼ਾਹ, ਜਿਨ੍ਹਾਂ ਨੇ ਹੁਕਮ ਸਿੱਧਾ ਹੀ ਕੀਤਾ ਹੋਇਆ ਸੀ, ਕੋਈ ਪਰਦੇਸੀ ਸਾਡੇ ਦੇਸ਼ 'ਚ ਵੜ ਜਾਏ ਉਹਨੂੰ ਮਾਰ ਦਿਓ ਬਿਨਾਂ ਪੁੱਛੇ ਤੋਂ। ਗੁਰੂ ਸਾਹਿਬ ਜੀ ਨੇ ਉੱਥੇ ਜਾ ਕਰਕੇ ਕੌਤਕ ਵਰਤਾਇਆ, ਆਪਣੀ ਸ਼ਕਤੀ ਦਿਖਾਈ। ਜਦੋਂ ਸਤਿਗੁਰੂ ਪਾਤਸ਼ਾਹ ਨੂੰ ਪਾਣੀ 'ਚ ਡੋਬਣ ਦੀ ਕੋਸ਼ਿਸ਼ ਕੀਤੀ ਹੈ, ਪੱਥਰਾਂ ਨਾਲ ਸੰਗਸਾਰ ਕਰਕੇ ਦੱਬ ਦਿੱਤਾ ਗਿਆ, ਫਿਰ ਅੱਗ ਦੇ ਵਿੱਚ ਸਾੜਨ ਦੀ ਕੋਸ਼ਿਸ਼ ਕੀਤੀ। ਸਭਨਾਂ 'ਚੋਂ ਮੇਰੇ ਸਤਿਗੁਰੂ ਜਦੋਂ ਸਹੀ ਸਲਾਮਤ ਰਹੇ, ਨਿਸ਼ਚਾ ਕਰਵਾ ਦਿੱਤਾ ਕੋਈ ਜਾਦੂਗਰ ਨਹੀਂ, ਅਤੇ ਪਰਮੇਸ਼ਵਰ ਦਾ ਖੁਦਾ ਦਾ ਰੂਪ ਹੈ। ਚਰਨਾਂ ਤੇ ਢਹਿ ਕਰਕੇ ਮਾਫੀਆਂ ਮੰਗਣੀਆਂ ਪਈਆਂ ਤੇ ਗੁਰੂ ਸਾਹਿਬ ਦੀ ਸਿੱਖੀ ਧਾਰਨ ਕਰਨੀ ਪਈ ਸੀ।
ਇਹ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਕੌਡਾ, ਰਾਖਸ, ਸੱਜਣ, ਠੱਗ ਵਰਗੇ ਬੜੇ ਬੜੇ ਜੋ ਮਨੁੱਖਤਾ ਤੋਂ ਦੂਰ ਜਾ ਚੁੱਕੇ ਜੀਵਨ ਸਨ, ਉਹਨਾਂ ਦੇ ਤਾਈ ਮਹਾਰਾਜ ਨੇ ਪਰਮੇਸ਼ਵਰ ਦੇ ਭਗਤ ਬਣਾ ਦਿੱਤਾ। ਇਸ ਤਰ੍ਹਾਂ ਹਜ਼ੂਰ ਪਾਤਸ਼ਾਹ ਨੇ ਮਿਹਰਾਂ ਕਰਕੇ ਰਾਵੀ ਦੇ ਕਿਨਾਰੇ ਨਗਰੀ ਵਸਾ ਕੇ ਨਾਮ ਕਰਤਾਰ ਦੇ ਨਾਮ ਤੇ ਕਰਤਾਰਪੁਰ ਰੱਖ ਕਰਕੇ ਉੱਥੇ ਬੈਠ ਕੇ ਬਖਸ਼ਿਸ਼ਾਂ ਕੀਤੀਆਂ ਹਨ, ਸਿੱਖੀ ਦੀਆਂ ਪਰਖਾਂ ਕੀਤੀਆਂ ਹਨ, ਜਿਨ੍ਹਾਂ ਦੇ ਵਿੱਚੋਂ ਨਰੋਲ ਸ੍ਰੀ ਲਹਿਣਾ ਜੀ ਜਿਹੜੇ ਸਨ ਸਹੀ ਸਲਾਮਤ ਪਾਸ ਹੋਏ। ਸਤਿਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਸੋ ਗੁਰਤਾ ਗੱਦੀ ਤੇ ਬਿਠਾ ਕਰਕੇ ਸੋ ਪ੍ਰਕਰਮਾ ਕਰਕੇ 5 ਪੈਸੇ ਨਾਰੀਅਲ ਝੋਲੀ 'ਚ ਪਾ ਕੇ ਮੱਥਾ ਟੇਕ ਕੇ ਗੁਰਗੱਦੀ ਬਖਸ਼ ਕਰਕੇ ਅੰਦਰ ਜੋਤ ਜਗਾ ਦਿੱਤੀ। ਸਭ ਸੰਗਤਾਂ ਨੂੰ ਹੁਕਮ ਕੀਤਾ ਕਿ ਭਾਈ ਇਹ ਹੁਣ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸਾਡਾ ਦੂਸਰਾ ਰੂਪ ਨੇ, ਸਾਡਾ ਰੂਪ ਮੰਨ ਕਰਕੇ ਨਮਸਕਾਰ ਕਰੋ। ਸਭ ਸੰਗਤਾਂ ਨੇ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਨੂੰ ਨਮਸਕਾਰ ਕੀਤੀ ਹੈ। ਸਾਹਿਬਜ਼ਾਦਿਆਂ ਨੂੰ ਹੁਕਮ ਕੀਤਾ, ਸ੍ਰੀ ਚੰਦ ਲਖਮੀ ਦਾਸ ਨੂੰ ਤੁਸੀਂ ਨਮਸਕਾਰ ਕਰੋ। ਕਹਿਣ ਲੱਗੇ ਜੀ ਇਹ ਤੇ ਸਾਡੇ ਘਰ ਦਾ ਸੇਵਕ ਸੀ, ਅਸੀਂ ਗੁਰੂ ਦੇ ਸਾਹਿਬਜ਼ਾਦੇ, ਸਾਡਾ ਸਤਿਕਾਰ ਵੱਡਾ ਹੈ, ਅਸੀਂ ਕਿ ਮੱਥਾ ਟੇਕੀਏ। ਇਉਂ ਕਹਿ ਕਰਕੇ ਘਰਾਂ ਨੂੰ ਤੁਰ ਗਏ ਸਨ। ਸਤਿਗੁਰੂ ਨੇ ਇਉਂ ਬਖਸ਼ਿਸ਼ ਕੀਤੀ ਹੈ। ਗੁਰਿਆਈ ਗੱਦੀ ਬਖਸ਼ ਕਰਕੇ ਲਹਿਣਾ ਜੀ ਨੂੰ ਹੁਕਮ ਕੀਤਾ, ਪੁਰਖਾ ਤੁਸੀਂ ਆਪਣੀ ਨਗਰੀ ਖਡੂਰ ਸਾਹਿਬ ਚਲੇ ਜਾਓ। ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਤੁਸੀਂ ਹੁਕਮ ਕੀਤਾ ਹੈ ਕਿ ਹੁਣ ਸਾਡੀ ਸੱਚਖੰਡ ਨੂੰ ਤਿਆਰੀ ਹੈ, ਤੇ ਜਦੋਂ ਆਪ ਜੀ ਨੇ ਮਹਾਰਾਜ ਸੱਚਖੰਡ ਪਿਆਨਾ ਕਰਨਾ ਹੈ, ਕੀ ਹੁਕਮ ਹੈ, ਉਸ ਵੇਲੇ ਮੈਂ ਆਣ ਕੇ ਆਖਰੀ ਦਰਸ਼ਨ ਕਰ ਸਕਦਾ ਹਾਂ। ਸਤਿਗੁਰਾਂ ਨੇ ਹੁਕਮ ਕੀਤਾ, ਪੁਰਖਾ ਤੈਨੂੰ ਆਉਣ ਦੀ ਜ਼ਰੂਰਤ ਨਹੀਂ ਹੈ, ਅਸੀਂ ਹੀ ਤੁਹਾਡੇ ਕੋਲ ਪਹੁੰਚ ਜਾਵਾਂਗੇ ਸੂਖਮ ਰੂਪ ਦੇ ਵਿੱਚ, ਤੁਸੀਂ ਇੱਥੇ ਆਉਣਾ ਨਹੀਂ ਹੈ। ਕਿਉਂ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਫਿਰ ਗਰੀਬ ਨਵਾਜ ਪਾਤਸ਼ਾਹ ਜੀ ਨੇ ਸਿੱਖ ਸੰਗਤਾਂ ਨੂੰ ਗਿਆਨ ਦਾ ਉਪਦੇਸ਼ ਦਰੜਾਇਆ ਹੈ, ਜਿਹਦੇ ਵਿੱਚ ਸਤਿਗੁਰੂ ਜੀ ਨੇ ਇਸ ਤਰੀਕੇ ਦੇ ਨਾਲ ਪ੍ਰੇਰਨਾ ਕੀਤੀ ਹੈ ਕਿ ਦੇਖੋ ਜੀਵਨ ਜਿਹੜਾ ਹੈ, ਮਨੁੱਖ ਜਨਮ ਹੈ, ਬੜਾ ਦੁਰਲੱਭ ਹੈ। ਬਚਪਨ ਹੈ, ਜਵਾਨੀ ਹੈ ਤੇ ਬਿਰਧ ਅਵਸਥਾ ਹੈ। ਜਵਾਨੀ ਜਿਹੜੀ ਹੈ ਬਚਪਨ ਨੂੰ ਗਰਸ ਲੈਂਦੀ ਹੈ, ਬੁਢੇਪਾ ਜਿਹੜਾ ਹੈ ਇਸ ਪ੍ਰਕਾਰ ਜਵਾਨੀ ਨੂੰ ਗਰਸ ਲੈਂਦਾ ਹੈ, ਤੇ ਬੁਢੇਪੇ ਤੋਂ ਬਾਅਦ ਕਾਲ ਗਰਸ ਲੈਂਦਾ ਹੈ। ਇਸ ਤਰ੍ਹਾਂ ਦੇ ਨਾਲ ਇਹ ਤਿੰਨ ਹੀ ਜੀਵਨ ਦੀਆਂ ਅਵਸਥਾ ਦੇ ਵਿੱਚ ਪਰੇਸ਼ਾਨੀਆਂ ਦਾ ਜ਼ਿਕਰ ਕਰਕੇ ਪਰਮੇਸ਼ਵਰ ਦੇ ਨਾਮ ਸਿਮਰਨ ਵਿੱਚ ਜੁੜ ਕੇ ਸਫਲਤਾ ਦਾ ਉਪਦੇਸ਼ ਬਖਸ਼ਿਆ। ਹਜ਼ੂਰ ਕਹਿੰਦੇ ਫਿਰ ਇਸ ਤੋਂ ਬਾਅਦ ਹੈ ਧਨ, ਕਿ ਮਾਇਆ ਧਨ ਜਿਹੜਾ ਹੈ ਇਹ ਮਨੁੱਖ ਜਿਹੜਾ ਇਹਦੇ ਵਿੱਚ ਮੋਹ ਕਰਦਾ ਹੈ, ਪਰ ਧਨ ਵੀ ਜਿਹੜਾ ਹੈ ਸੋ ਇਸ ਪ੍ਰਕਾਰ ਧਨ ਧਰਤੀ ਤਨ ਹੋ ਗਿਆ ਤੂੰ। ਜਿਸ ਵੇਲੇ ਸਰੀਰ ਸੋ ਇਸ ਪ੍ਰਕਾਰ ਰਹਿ ਜਾਂਦਾ, ਇੱਥੇ ਹੀ ਸੂਖਮ ਸਰੀਰ ਵਿੱਚੋਂ ਨਿਕਲ ਜਾਂਦਾ ਹੈ, ਤਾਂ ਉਸ ਵੇਲੇ ਧਨ ਇੱਥੇ ਰਹਿ ਜਾਂਦਾ ਹੈ, ਸੋ ਉੱਥੇ ਹੀ ਵੰਡੀਆਂ ਪੈਣ ਲੱਗ ਜਾਂਦੀਆਂ ਨੇ, ਸਰੀਰ ਭਾਵੇਂ ਬਾਅਦ 'ਚ ਹੀ ਚੁੱਕਣ ਉਸ ਦਾ। ਤੇ ਇਸ ਤਰੀਕੇ ਨਾਲ ਮਹਾਰਾਜ ਕਹਿੰਦੇ ਧਨ ਵੀ ਜਿਹੜਾ ਨਾਲ ਸਾਥ ਨਹੀਂ ਜਾਣ ਵਾਲਾ। ਤੇ ਇਸ ਵਾਸਤੇ ਮੇਰੇ ਸਤਿਗੁਰਾਂ ਨੇ ਇਉਂ ਇਸ ਸੰਸਾਰ ਨੂੰ ਆਸਾਰ ਰੂਪ ਦੇ ਵਿੱਚ, ਭਾਈ ਇਹ ਜਗਤ ਮਿਥਿਆ ਹੈ, ਸੱਚ ਇਹਦੇ ਵਿੱਚ ਪਰਮੇਸ਼ਰ ਹੈ। ਸੱਚਾ ਤਾਂ ਲੱਗਦਾ ਹੈ ਕਿਉਂਕਿ ਸੱਚੇ ਵਾਹਿਗੁਰੂ ਨੇ ਰਚਿਆ ਤੇ ਉਹ ਇਹਦੇ ਵਿੱਚ ਆਪ ਵਿਚਰਦਾ ਹੈ, ਉਸ ਨੂੰ ਆਪਾਂ ਤੱਕਣਾ ਹੈ। ਭਾਵ ਹੈ ਕਿ ਤਤ ਸਰੂਪ ਬ੍ਰਹਮ ਪਰਮੇਸ਼ਰ ਹੈ, ਉਸ ਪਰਮੇਸ਼ਵਰ ਦੀ ਪ੍ਰਾਪਤੀ ਕਰੋ। ਗੁਰੂ ਨਾਲ ਮਿਲ ਕਰਕੇ ਉਸ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਕੇ ਤੇ ਉਸ ਵਾਹਿਗੁਰੂ ਪਰਮੇਸ਼ਵਰ ਜੋ ਸਾਡੇ ਅੰਦਰ ਆਤਮ ਰੂਪ ਹੋ ਕਰਕੇ ਜੋਤ ਰੂਪ ਹੋ ਕੇ ਪ੍ਰਕਾਸ਼ ਰਿਹਾ, ਉਸ ਦੀ ਪ੍ਰਾਪਤੀ ਕਰੋ। ਐਸਾ ਪਾਵਨ ਉਪਦੇਸ਼ ਜਿਹੜਾ ਬਖਸ਼ਿਸ਼ ਹੋ ਰਿਹਾ ਹੈ। ਆਓ ਪਿਆਰ ਪੂਰਵਕ ਪ੍ਰਸੰਗ ਦੀ ਲੜੀ ਨੂੰ ਸੋ ਇਸ ਪ੍ਰਕਾਰ ਅੱਗੇ ਸਰਵਣ ਕਰੀਏ। ਗੁਰੂ ਚਰਨਾਂ 'ਚ ਮਨ ਜੋੜ ਦੇ ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਧਨ ਮਹਿ ਸੁਖ ਨਹਿ ਸੋ ਸੁਨ ਲੀਜੈ। ਤੇ ਮੇਰੇ ਸਤਿਗੁਰੂ ਪਾਤਸ਼ਾਹ ਹੁਕਮ ਕਰਦੇ ਨੇ, ਦੇਖੋ ਧਨ ਦੇ ਵਿੱਚ ਮਨੁੱਖ ਮਨ ਜੋੜਦਾ ਹੈ, ਪਰ ਦੇਖੋ ਧਨ ਦੇ ਵਿੱਚ ਵੀ ਸੁੱਖ ਨਹੀਂ ਮਿਲਦਾ ਹੈ। ਅਦਕ ਹੋਏ ਤਿਉ ਅਦਕ ਤਪੀਜੈ। ਜੇ ਅਗਰ ਧਨ ਮਾਇਆ ਬਹੁਤਾ ਕਿਸੇ ਕੋਲ ਆ ਜਾਂਦਾ ਤੇ ਮਨ ਬਹੁਤਾ ਤਪਦਾ ਹੈ। ਜਿਸ ਗ੍ਰਹਿ ਬਹੁਤ ਕਿਸੇ ਗ੍ਰਹਿ ਚਿੰਤਾ ਫਿਕਰ ਹੋ ਜਾਂਦਾ ਰੱਖਣ ਸੰਭਾਲਣ ਦਾ। ਜਾਤ ਪ੍ਰਾਨਨ ਕਸ਼ਟ ਮਹਾਨਾ। ਜਾਤ ਤਾਂ ਜੇ ਕਹਿੰਦੇ ਜੇ ਚਲਾ ਜਾਵੇ ਕੋਲੋਂ ਤੇ ਪ੍ਰਾਨਨ ਹਨ, ਪ੍ਰਾਣਾਂ ਦਾ ਨਾਸ ਹੋ ਜਾਂਦਾ, ਬੰਦਾ ਹੋ ਕੇ ਨਾਲ ਮਰਦਾ ਹੈ। ਜੇ ਕਿਤੇ ਧਨ ਚਲਿਆ ਜਾਵੇ ਵਿਅਰਥ। ਰੱਖਿਆ ਬਿਖੈ ਨੀਤ ਦੁਖ ਨਾਨਾ। ਤੇ ਫਿਰ ਇਹਦੀ ਰੱਖਿਆ ਕਰਨ ਵਿੱਚ ਧਨ ਨੂੰ ਸੰਭਾਲਣ ਦੀ
ਨਾਨਾ ਦੁਖ ਹਨ। ਭੂਪਤ ਤਸਕਰ ਕੋ ਭੈ ਕਰ ਕੈ, ਰਾਜੇ ਦਾ ਡਰ ਹੈ, ਚੋਰਾਂ ਦਾ ਡਰ ਹੈ ਹਰ ਤਰ੍ਹਾਂ। ਰਾਖਤ ਹੈ ਦੁਰਾਏ ਵਿੱਚ ਘਰ ਕੈ, ਘਰ ਦੇ ਵਿੱਚ ਲੁਕਾ ਕੇ ਛੁਪਾ ਕੇ ਬੰਦਾ ਰੱਖਦਾ ਹੈ। ਮ੍ਰਿਤ ਭਏ ਕਾਜ ਨਾ ਕਿਸ ਆਈ, ਤੇ ਜਿਸ ਵੇਲੇ ਮੌਤ ਹੁੰਦੀ ਮਨੁੱਖ ਦੀ, ਤੇ ਇਹ ਜਿਹੜਾ ਘਰ ਵਿੱਚ ਰੱਖਿਆ ਧਨ ਹੈ ਇਕੱਠਾ ਕੀਤਾ ਕਿਸੇ ਕੰਮ ਵੀ ਨਹੀਂ ਆਉਂਦਾ ਹੈ, ਬੰਦਾ ਨਾਲ ਨਹੀਂ ਲਿਜਾ ਸਕਦਾ। ਸਰਪ ਦੇਹ ਤਿਹ ਹਿਤ ਤੇ ਪਾਈ, ਤੇ ਜਦੋਂ ਜਿਉਂਦਿਆਂ ਧਨ ਵਿੱਚ ਮੋਹ ਕੀਤਾ ਇਕੱਠਾ ਕੀਤਾ, ਮਰਨ ਲੱਗਿਆਂ ਧਨ ਵਿੱਚ ਸੁਰਤ ਰਹਿਣੇ ਕਰਕੇ ਫਿਰ ਪੁਰਾਣੀ ਕਹਿੰਦੇ ਸੱਪ ਦੀ ਜੂਨ ਪਾ ਕਰਕੇ ਧਨ ਜਾਣ ਬੈਠਦਾ ਹੈ ਰੱਖਿਆ ਲਈ। ਤਾਂ ਤੇ ਸਰਬ ਆਸਾਰ ਲਖੀਜੈ, ਇਸ ਵਾਸਤੇ ਸੋ ਭਾਵ ਇਹ ਹੈ ਕਿ ਮਨੁੱਖ ਜੀਵਨ ਜਿਹੜਾ ਹੈ, ਬਾਲ ਜਵਾਨੀ ਤੇ ਬਿਰਧ ਅਵਸਥਾ ਤੇ ਧਨ, ਇਹ ਜਿਹੜੇ ਨੇ ਇਸ ਤਰੀਕੇ ਨਾਲ ਮਨੁੱਖ ਨੂੰ ਇਹ ਸਾਥ ਦੇਣ ਵਾਲੇ ਨਹੀਂ ਹਨ। ਪਰਮੇਸ਼ਵਰ ਦੇ ਸਿਮਰਨ ਤੋਂ ਬਿਨਾਂ ਸਾਰੇ ਵਿਅਰਥ ਹਨ। ਸਿਮਰਨ ਸਾਰ ਏਕ ਪ੍ਰਭ ਕੀਜੈ, ਇਸ ਵਾਸਤੇ ਇੱਕੋ ਇੱਕ ਵਾਹਿਗੁਰੂ ਪਰਮੇਸ਼ਵਰ ਦਾ ਸਿਮਰਨ ਹੀ ਸ੍ਰੇਸ਼ਟ ਹੈ। ਸਿਮਰਨ ਕਰਿਆ ਕਰੋ। ਜੀਵਤ ਮਿਰਤਕ ਮਰੇ ਨਹਿ ਸੇਈ, ਤੋ ਦੇਖੋ ਜਿਹੜੇ ਸਿਮਰਨ ਕਰਕੇ ਜੀਵਨ ਮੁਕਤ ਹੁੰਦੇ ਜਿਉਂਦੇ, ਸੋ ਇਸ ਪ੍ਰਕਾਰ ਜੀਵਨ ਮੁਕਤ ਜੋ ਮਰ ਜੀਵੜੇ ਬਣ ਜਾਂਦੇ ਨੇ ਜਿਉਂਦਿਆਂ ਹੀ। ਸੋ ਇਸ ਪ੍ਰਕਾਰ ਦੁਨੀਆ ਦੇ ਵਿੱਚ ਮੋਹ ਨਹੀਂ ਕਰਨਾ, ਫੁਰਨੇ ਸਾਰੇ ਮਾਰ ਦੇਣੇ ਨੇ। ਮਨ ਦੀ ਇਹਨੂੰ ਕਹਿੰਦੇ ਜੀਵਤ ਭਾਵ ਤੋਂ ਮਰਨਾ, ਮਨ ਦੀ ਮਰਜ਼ੀ ਨੂੰ ਮਾਰ ਲੈਣਾ ਹੈ, ਮਾੜੀਆਂ ਆਦਤਾਂ ਤੋਂ ਮਨ ਨੂੰ ਵਰਜ ਕੇ ਤੇ ਗੁਰੂ ਪਾਤਸ਼ਾਹ ਦੇ ਸਨਮੁਖ ਕਰ ਲੈਣਾ। ਜਿਹੜੇ ਜੀਵਤ ਭਾਵ ਤੋਂ ਇਉਂ ਮਰ ਜਾਂਦੇ ਨੇ ਫਿਰ ਉਹ ਨਹੀਂ ਮਰਦੇ ਹਨ ਇਸ ਤਰ੍ਹਾਂ। ਆਨੰਦ ਮਗਨ ਹੋਤ ਹੈ ਤੇਈ, ਉਹ ਫਿਰ ਆਨੰਦ ਵਿੱਚ ਹੀ ਮਗਨ ਹੋ ਜਾਂਦੇ ਨੇ। ਫਿਰ ਉਹ ਆਪਣਾ ਜੀਵਨ ਜਿਹੜਾ ਹੈ ਇਸ ਪ੍ਰਕਾਰ ਆਨੰਦ ਵਿੱਚ ਮਗਨ ਹੋ ਕਰਕੇ ਜਿਉਂਦੇ ਹਨ। ਜਿਉ ਜਲ ਬਿਖੈ ਡੂਬ ਕੇ ਤਰਹੀ, ਜਿਸ ਤਰ੍ਹਾਂ ਪਾਣੀ ਵਿੱਚ ਕੋਈ ਡੁੱਬਦਾ ਹੈ, ਪਹਿਲਾਂ ਪਾਣੀ ਦੇ ਥੱਲੇ ਜਾਂਦਾ ਹੈ ਤੇ ਜਦੋਂ ਡੁੱਬ ਕੇ ਮਰ ਜਾਂਦਾ ਫਿਰ ਉੱਪਰ ਤਰਦਾ ਹੈ। ਬਹੁਰ ਨ ਡੂਬਨ ਸੰਸਾ ਕਰਹੀ, ਫਿਰ ਉਹ ਜਿਹੜਾ ਹੈ ਇੱਕ ਵਾਰ ਮਰ ਕੇ ਤਰ ਗਿਆ ਨਾ, ਫਿਰ ਡੁੱਬਣ ਦਾ ਸੰਸਾ ਨਹੀਂ ਹੈ, ਫਿਰ ਦੁਬਾਰਾ ਨਹੀਂ ਡੁੱਬਦਾ ਉਹ। ਸਾਗਰ ਆਦਿਕ ਜਲ ਜਹ ਤਾਈ, ਜਿੱਥੇ ਕਿਤੇ ਸਮੁੰਦਰ ਆਦਿਕ ਜੋ ਜਲ ਹੈ, ਰਹੇ ਤਰਤ ਤਿਉ ਜਾਨੋ ਭਾਈ, ਤੋ ਹੈ ਭਰਾਵੋ ਜਾਣ ਲਓ, ਫਿਰ ਭਾਵੇਂ ਸਮੁੰਦਰ ਹੋਵੇ ਤੇ ਭਾਵੇਂ ਦਰਿਆ, ਫਿਰ ਉਹ ਤਰਦਾ ਹੀ ਹੈ। ਹਉਮੈ ਖੋਏ ਨਾਮ ਲਿਵ ਲਾਭ ਹੋ, ਤੋ ਇਧਰ ਹੁਣ ਜੀਵਤ ਭਾਵ ਤੋਂ ਕੀ ਮਰਨਾ ਹੈ ਭਈ, ਹਉਮੈ ਹੰਕਾਰ ਨੂੰ ਨਿਵਰਤ ਕਰਨਾ, ਨਾਮ ਵਿੱਚ ਲਿਵ ਲਾਉਣੀ ਹੈ। ਮਨ ਤੇ ਤ੍ਰਿਸ਼ਨਾ ਦ્વੈਤ ਮਿਟਾਵ ਹੋ, ਮਨ ਤੋਂ ਤ੍ਰਿਸ਼ਨਾ ਤੇ ਦੁਬਦਾ ਦ્વੈਤ ਨੂੰ ਮੇਟ ਲੈਣਾ ਹੈ ਨਾਮ ਦਾ ਸਿਮਰਨ ਕਰਕੇ। ਆਤਮ ਰਾਮ ਲਖੋ ਭਲ ਭਾਂਤਾ, ਭਲੀ ਪ੍ਰਕਾਰ ਆਤਮ ਰਾਮ ਜੋ ਸਾਡਾ ਆਪਣਾ ਆਪ ਰੂਪ ਹੈ, ਮਨ ਤੋਂ ਜੋਤ ਸਰੂਪ। ਅਸਲ ਵਿੱਚ ਪਿੱਛੇ ਆਪਾਂ ਨੂੰ ਵਿਚਾਰ ਮਿਲੀ ਹੈ, ਆ ਜਿਹੜਾ ਸਰੀਰ ਹੈ ਸਾਡਾ, ਇਹ ਹੈ ਪੰਜ ਤੱਤਾਂ ਦੀ ਰਚਨਾ, ਇਹਨੂੰ ਕਹਿੰਦਾ ਸਥੂਲ ਸਰੀਰ। ਇਸ ਦੇ ਅੰਦਰ ਸੂਖਮ ਸਰੀਰ ਸਾਡਾ ਇੱਕ ਹੋਰ ਰੂਪ ਹੈ, ਉਹਨੂੰ ਲਿੰਗ ਸਰੀਰ ਜਾਂ ਸੂਖਮ ਸਰੀਰ ਕਹਿੰਦਾ। ਉਹ 17 ਤੱਤਾਂ ਦਾ ਰਚਿਆ ਹੋਇਆ ਹੈ। ਫਿਰ ਉਸ ਦੇ ਅੰਦਰ ਇੱਕ ਹੋਰ ਹੈ, ਉਹਦਾ ਨਾਮ ਹੈ ਕਾਰਨ ਸਰੀਰ। ਤੋ ਇਹ ਤਿੰਨ ਦੇਹਾਂ ਨੇ, ਦੋ ਸਾਡੇ ਅੰਦਰ ਗੁਪਤ ਨੇ। ਤਾਂ ਹਜ਼ੂਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਭਾਈ ਇਹ ਜਿਹੜਾ ਮਹਾਰਾਜ ਸਤਿਗੁਰੂ ਨੇ ਸਾਨੂੰ ਮਨੁੱਖ ਸਰੀਰ ਬਖਸ਼ਿਸ਼ ਕੀਤਾ ਬੜਾ ਦੁਰਲੱਭ ਹੈ। ਪਰ ਜੇ ਅਗਰ ਸੰਸਾਰ ਦੇ ਮੋਹ ਮਮਤਾ ਧਨ ਦੌਲਤ ਦੇ ਇਕੱਠੇ ਕਰਨ ਤੇ ਹੰਕਾਰ ਵਿੱਚ ਹੀ ਮਨੁੱਖ ਗਵਾ ਦੇਵੇ ਤੇ ਮਹਾਰਾਜ ਕਹਿੰਦੇ ਉਹ ਤਾਂ ਵਿਅਰਥ ਜੀਵਨ ਹੈ। ਸਫਲ ਜੀਵਨ ਤਦ ਹੈ ਜੀਵਤ ਮ੍ਰਿਤਕ ਹੋਏ। ਕਬੀਰ ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਏ। ਜੀਵਤ ਭਾਵ ਤੋਂ ਮਰਨਾ। ਮਰਨਾ ਕੀ ਹੈ? ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਕੇ ਹੰਕਾਰ ਨੂੰ ਮਨ ਚੋਂ ਮਾਰ ਲੈਣਾ। ਤਜ ਮਨੀ ਮਨੂਰੀ, ਮਨ ਦੀ ਮਰਜ਼ੀ ਨੂੰ ਮੇਟ ਲੈਣਾ। ਜਿਹੜੇ ਇਸ ਤਰੀਕੇ ਉਹ ਫਿਰ ਆਨੰਦ ਵਿੱਚ ਵਸਦੇ ਹਨ। ਜਿਹੜਾ ਇੱਕ ਵਾਰ ਨਾ ਪਾਣੀ 'ਚ ਡੁੱਬ ਕੇ ਮਰ ਜਾਵੇ, ਸਮੁੰਦਰ ਤੇ ਭਾਵੇਂ ਨਦੀਆਂ 'ਚ, ਫਿਰ ਤਰਦਾ ਹੀ ਹੈ ਉਹ। ਕਿਉਂ? ਜੀਵਨ ਸਫਲ ਕਰਨਾ ਹੈ। ਪਾਵਹੁ ਆਨੰਦ ਹੋਏ ਸਖਿਆਤਾ, ਫਿਰ ਭਾਈ ਤੁਹਾਨੂੰ ਜੋ ਸਾਡਾ ਆਤਮ ਰੂਪ ਹੈ ਨਾ, ਸਾਡੇ ਅੰਦਰ ਜੋਤ, ਕਹਿੰਦੇ ਜਿਸ ਵੇਲੇ ਉਸ ਨੂੰ ਸਖਿਆਤ ਕਰ ਲਓਗੇ, ਪ੍ਰਗਟ ਕਰ ਲਓਗੇ ਨਾਮ ਦਾ ਸਿਮਰਨ ਕਰਕੇ ਗੁਰੂ ਦੀ ਕਿਰਪਾ ਦੇ ਨਾਲ, ਫਿਰ ਤੁਸੀਂ ਆਨੰਦ ਨੂੰ ਪ੍ਰਾਪਤ ਕਰੋਗੇ। ਸੋ ਆਨੰਦ 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 ਸਭ ਕਹੈ ਆਨੰਦ ਗੁਰੂ ਤੇ ਜਾਏ। ਸਾਰੇ ਤਾਂ ਕਹਿੰਦੇ ਨੇ, ਕਿਸੇ ਨੇ ਪ੍ਰਸ਼ਾਦਾ ਛਕਿਆ, ਭੁੱਖ ਲੱਗੀ ਤਾਂ ਜੀ ਆਨੰਦ ਹੈ, ਪਿਆਸ ਲੱਗੀ ਤਾਂ ਜਲ ਮਿਲ ਗਿਆ ਤੇ ਆਨੰਦ ਹੈ, ਸਾਰੇ ਕਹਿੰਦੇ ਨੇ। ਪਰ ਮਹਾਰਾਜ ਕਹਿੰਦੇ ਅਸਲੀ ਆਨੰਦ ਹੈ ਜੋ ਗੁਰੂ ਦੇ ਕੋਲੋਂ ਜਾਣੀਦਾ। ਉਹ ਜਿਹੜਾ ਆਨੰਦ ਹੈ ਸਾਡੀ ਆਤਮਿਕ ਤ੍ਰਿਪਤੀ, ਆਤਮ ਰਸ, ਮਹਾਰਸ, ਨਾਮ ਰਸ ਦੀ ਪ੍ਰਾਪਤੀ ਕਰਕੇ ਆਨੰਦ ਸਦਾ ਬਣਿਆ ਰਹਿੰਦਾ। ਫਿਰ ਜੇ ਪਰਿਵਾਰ ਕੇ ਮੋਹ ਬੰਧਾਨੇ, ਜਿਹੜੇ ਲੋਕ
ਪਰਿਵਾਰ ਦੇ ਧੀਆਂ ਪੁੱਤਰਾਂ ਦੇ ਮੋਹ ਵਿੱਚ ਬੱਝੇ ਹੁੰਦੇ ਹਨ। ਤਿਨ ਕੋ ਲਖੋ ਮਹਾ ਅਗਿਆਨੇ, ਜਾਣ ਲਓ ਉਹ ਤੇ ਮਹਾ ਅਗਿਆਨੀ ਹਨ। ਆਪਣੇ ਸੁਤ ਬਨਤਾ ਪਿਤ ਮਾਤਾ, ਮਾਤਾ ਪਿਤਾ ਧੀਆਂ ਪੁੱਤਰਾਂ ਦੇ ਵਿੱਚ ਹੀ ਮਨ ਜੋੜੀ ਰੱਖਿਆ। ਕਦੇ ਰੱਬ ਨਾਲ ਜੁੜੇ ਨੇ ਵੀ, ਜਿਹਨੇ ਦਾਤਾਂ ਦਿੱਤੀਆਂ ਨੇ ਕਦੇ ਉਹਨੂੰ ਵੀ ਯਾਦ ਕਰ ਲੈਣਾ ਚਾਹੀਦਾ ਹੈ। ਜਾਨਤ ਹਿਤਕਾਰੀ ਬਿਨ ਗਿਆਤਾ, ਬਿਨਾਂ ਗਿਆਨ ਤੋਂ ਹਿਤਕਾਰੀ ਪ੍ਰੇਮ ਹੀ ਜਾਣਦਾ ਵੀ ਇਹੀ ਮੇਰੇ ਖਰੇ ਕੰਮ ਆਉਣੇ ਨੇ। ਇੱਥੇ ਤਾਂ ਆਵਤ ਅਕੇਲਾ ਜਾਤ ਅਕੇਲਾ, ਨਾ ਕਿਸੇ ਨਾਲ ਕੋਈ ਆ ਨਾ ਕਿਸੇ ਨੇ ਜਾਣਾ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਮੋਹ ਨਹੀਂ ਕਰਨਾ, ਫਰਜ਼ ਦੀ ਪਾਲਣਾ ਹੈ। ਮੇਰੇ ਹਜੂਰ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਬਾਰ ਬਾਰ ਜਨਮਹਿ ਜਗ ਮਾਹੀ, ਐਸੇ ਸੰਸਾਰ ਦੇ ਵਿੱਚ ਮੋਹ ਕਰਨ ਵਾਲੇ ਫਿਰ ਬਾਰ-ਬਾਰ ਜੰਮਦੇ ਮਰਦੇ ਹਨ। ਸਭ ਹੀ ਜਨਮ ਕੁਟੰਬ ਅਸ ਆਹੀ, ਸੋ ਸਾਰਾ ਹੀ ਜਨਮ ਜਿਹੜਾ ਹੈ ਸੋ ਪਰਿਵਾਰ ਦੇ ਵਿੱਚ ਹੀ ਗੁਜ਼ਾਰ ਲੈਂਦਾ ਹੈ। ਕਰੇ ਅਨਕ ਬਨਤਾ ਸੁਤ ਤਾਤਾ, ਇਸ ਪ੍ਰਕਾਰ ਹੁਣ ਕਹਿੰਦੇ ਵੀ ਕਈ ਜਨਮ ਇਸ ਤਰੀਕੇ ਨਾਲ, ਕਈ ਜਨਮ ਕਹਿੰਦੇ ਧੀਆਂ ਪੁੱਤਰ ਮਾਤਾ ਪਿਤਾ ਕਈ ਵਾਰ ਬਣਾਏ, ਕਈ ਵਾਰ ਜੰਮੇ। ਨਾਨਕ ਦਾਦਕ ਅਨਕ ਸੋ ਮਾਤਾ, ਉਹ ਨਾਨਕੇ ਦਾਤਕੇ ਮਾਤਾ ਆਦਿਕ ਕਈ ਵਾਰ ਬਣੇ। ਸਭ ਕੋ ਸ਼ੋਰ ਸ਼ੋਰ ਚੱਲ ਜਾਈ, ਇਹ ਸਾਰਿਆਂ ਨੂੰ ਛੱਡ ਛੱਡ ਕਰਕੇ ਚਲਾ ਜਾਂਦਾ ਹਰ ਜੂਨ ਦੇ ਵਿੱਚ। ਕਿਤਹੂ ਮਰੇ ਨਾ ਕਿਤਹੂ ਜਾਈ, ਨਾ ਕਦੇ ਮਰਦਾ ਨਾ ਜਾਂਦਾ। ਆਤਮਾ ਜਿਹੜਾ ਉਹ ਤੇ ਸਦਾ ਹੀ ਅਮਰ ਹੈ, ਤੇ ਜਿਹੜਾ ਸਰੀਰ ਹੈ ਉਸ ਦਾ ਇਉਂ ਭਟਕਦਾ ਹੈ ਜੂਨਾ ਜੂਨਾ ਚ। ਬਹੁਰ ਨਾ ਕਬਹੂ ਆਨ ਸੰਭਾਰਹਿ, ਤੇ ਮੁੜ ਕੇ ਆਣ ਕੇ ਕਦੇ ਵੀ ਸੰਭਾਲ ਨਹੀਂ ਕਰਦਾ ਸਾਰਿਆਂ ਦੀ। ਸੋ ਵੈ ਬਿਤ ਵੈ ਪੁਰ ਪਾਟਣ, ਬਹੁਰ ਨਾ ਦੇਖਿਆ ਆਏ, ਵੈ ਸੁਤ ਵੈ ਬਿਤ ਵੈ ਪੁਰ ਪਾਟਣ। ਸੋ ਕਹਿੰਦੇ ਉਹ ਸ਼ਹਿਰ ਉਹ ਧੀਆਂ ਉਹ ਪੁੱਤਰ ਧਨ ਜਿਹੜਾ ਹੈ ਮੁੜ ਕੇ ਜਿਹੜਾ ਇੱਕ ਵਾਰੀ ਅੱਖਾਂ ਮਿਟ ਜਾ ਮੁੜ ਕੇ ਆਣ ਕੇ ਨਹੀਂ ਦੇਖ ਸਕਦਾ ਸਰੀਰ ਵਿੱਚ। ਚਾਹਤ ਨਾ ਵਿਛਰਿਓ ਹੁਤੇ ਜੇ ਪਿਆਰੇ, ਬੜੇ ਪਿਆਰੇ ਸਨ, ਕਦੇ ਵਿਛੜਨਾ ਨਹੀਂ ਚਾਹੁੰਦਾ ਸੀ। ਤੇ ਜਦੋਂ ਸਰੀਰ ਖਤਮ ਹੋ ਜਾਂਦਾ ਹੈ ਤੇ ਉਸ ਵੇਲੇ ਕਹਿੰਦੇ ਮੁੜ ਕੇ ਆਣ ਕੇ ਦੇਖ ਨਹੀਂ ਸਕਦਾ। ਸਨ ਬੰਧਨ ਨੌਕਾ ਸਮ ਮੇਲਾ, ਭਾਈ ਇਹ ਦੇਖੋ ਇਹ ਜਿਹੜੇ ਸੰਬੰਧੀ ਸੰਸਾਰ ਦੇ ਨੇ ਇਹ ਸਾਰੇ ਐਵੇਂ ਨੇ ਜਿਵੇਂ ਦਰਿਆ ਵਿੱਚ ਬੇੜੀ ਦੇ ਵਿੱਚ ਇਕੱਠ ਹੁੰਦਾ ਹੈ। ਨੌਕਾ ਬੇੜੀ ਦਾ ਜਿਵੇਂ ਪੂਰ ਹੋਵੇ, ਕਰੇ ਮੋਹ ਬਹੁ ਹੋਏ ਦੁਹੇਲਾ, ਤੇ ਜਿਹੜਾ ਭਾਈ ਬੇੜੀ ਦੇ ਵਿੱਚ ਬੈਠ ਕੇ ਉੱਥੇ ਮੋਹ ਪਾ ਲੇ ਇੱਕ ਦੂਸਰੇ ਦੇ ਨਾਲ, ਮੁੜ ਕੇ ਦੁਖੀ ਹੁੰਦਾ, ਵਿਛੜਨਾ ਪੈਂਦਾ ਅਗਲੇ ਕਿਨਾਰੇ ਜਾਂਦਿਆਂ ਹੀ। ਹੋਵੇ ਨਿਰਮੋਹ ਰਹੋ ਸਭ ਮਾਹੀ, ਇਸ ਵਾਸਤੇ ਰਹਿਣਾ ਸਾਰਿਆਂ ਵਿੱਚ ਹੀ ਹੈ, ਪਰ ਮੋਹ ਨਹੀਂ ਕਰਨਾ। ਪਰਮੇਸ਼ਵਰ 'ਚ ਪ੍ਰੇਮ ਕਰਨਾ, ਪਰਮੇਸ਼ਵਰ ਦੀਆਂ ਦਾਤਾਂ ਜਾਣ ਕਰਕੇ ਫਰਜ਼ ਦੀ ਸੰਭਾਲ ਕਰਨੀ ਪਾਲਣਾ ਕਰਨੀ ਹੈ। ਪਰ ਮੋਹ ਮਨ 'ਚ ਬਣਾ ਕਰਕੇ ਜਿਹੜਾ ਉਹ ਪਰਮੇਸ਼ਵਰ ਵਿੱਚ ਕਰਨਾ ਹੈ ਪ੍ਰੇਮ ਜੋ ਹੈ। ਅੰਤ ਨਾ ਕੋਈ ਸੰਗ ਨਿਰਬਾਹੀ, ਦੇਖੋ ਅੰਤ ਨੂੰ ਕਿਸੇ ਨੇ ਵੀ ਨਾਲ ਨਿਭਣਾ ਨਹੀਂ ਹੈ, ਇਕੱਲੇ ਨਹੀਂ ਜਾਣਾ ਹੈ ਜੀਵ ਨੇ। ਜੇ ਸਤ ਸੰਗਤ ਕਰੋ ਸਭ ਪ੍ਰੀਤੀ, ਜੇ ਪ੍ਰੇਮ ਦੇ ਸਮੇਤ ਸਤਿਗੁਰਾਂ ਦੀ ਸਤਸੰਗਤ ਕਰੋਗੇ, ਇਤ ਉਤ ਸੋ ਨਿਰਬਹਿ ਹੈ ਨੀਤੀ, ਇੱਥੇ ਉਹ ਨਿਤ ਪ੍ਰਤੀ ਕਹਿੰਦੇ ਨੇ ਲੋਕ ਪਰਲੋਕ ਵਿੱਚ ਉਹ ਤੁਹਾਡੇ ਨਾਲ ਪ੍ਰੇਮ ਨਿਭਾਓ। ਕਿਉਂਕਿ ਸਤਸੰਗਤ ਵਿੱਚ ਸੱਚ ਨਾਲ ਪਿਆਰ, ਪਰਮੇਸ਼ਵਰ ਨਾਲ ਪਿਆਰ ਜੁੜਦਾ, ਗੁਰੂ ਨਾਲ ਜੁੜਦਾ। ਤੇ ਪਰਮੇਸ਼ਵਰ ਗੁਰੂ ਮਹਾਰਾਜ ਜੀ ਇੱਥੇ ਵੀ ਤੇ ਉੱਥੇ ਲੋਕ ਪਰਲੋਕ ਦੇ ਵਿੱਚ ਮਦਦ ਕਰਦੇ ਹਨ। ਤਨ ਹੰਤਾ ਕੋ ਸਰਬ ਮਿਟਾਏ, ਸਰੀਰ ਦੀ ਜਿਹੜੀ ਹੰਗਤਾ ਹੈ ਇਸ ਨੂੰ ਮਿਟਾਉਣਾ ਹੈ, ਸਰੀਰ ਦਾ ਕਿਸੇ ਗੱਲੋਂ ਮਾਣ ਨਹੀਂ ਕਰਨਾ ਹੈ। ਨਿਜ ਸਰੂਪ ਲਖ ਸ਼ੁਭ ਗਤ ਪਾਏ, ਆਪਣੇ ਨਿਜ ਸਰੂਪ ਨੂੰ ਆਪਣਾ ਆਪ ਰੂਪ ਜਿਹੜਾ ਹੈ ਉਸ ਨੂੰ ਲੱਖ ਕੇ ਜਾਣ ਕੇ ਸ਼ੁਭ ਗਤੀ ਨੂੰ ਪ੍ਰਾਪਤ ਕਰਨਾ ਹੈ। ਨਿਤ ਪ੍ਰਤ ਇਸ ਪ੍ਰਕਾਰ ਗੁਣ ਖਾਨੀ, ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਇਉਂ ਕਰਤਾਰਪੁਰ ਸਾਹਿਬ ਦੇ ਵਿੱਚ ਰੋਜ਼ਾਨਾ ਹੀ ਸੰਗਤਾਂ ਜੁੜਦੀਆਂ, ਦੀਵਾਨ ਸੱਜਦਾ। ਐਸਾ ਉਪਦੇਸ਼ ਦੇ ਕਰਕੇ ਸੰਗਤਾਂ ਨੂੰ ਸੰਗਤ ਵਿੱਚ ਜੋੜ ਕੇ ਪਰਮੇਸ਼ਵਰ ਦੇ ਸਿਮਰਨ ਵਿੱਚ ਜੋੜਦੇ ਹਨ। ਉਪਦੇਸ਼ ਹੈ ਸਿੱਖਨ ਸੁਖ ਸਾਨੀ, ਤੋ ਮੇਰੇ ਸਤਿਗੁਰੂ ਪਾਤਸ਼ਾਹ ਉਪਦੇਸ਼ ਕਰਦੇ ਨੇ ਸਿੱਖਾਂ ਨੂੰ ਸੁਖ ਦੇਣ ਵਾਲੇ ਸਤਿਗੁਰੂ ਜੀ। ਆਤਮ ਮਿਲਿਓ ਅਨਾਤਮ ਮਾਹੀ, ਕਹਿਣ ਲੱਗੇ ਸਾਡੀ ਆਤਮਾ ਜਿਹੜੀ ਹੈ ਅਨਾਤਮਾ 'ਚ ਮਿਲੀ ਹੋਈ ਹੈ। ਆ ਸਰੀਰ ਪੰਜ ਤੱਤਾਂ ਦਾ ਤੇ ਜੜ ਅਨਾਤਮ ਹੈ। ਆਤਮਾ ਹੀ ਜਿਹੜੀ ਹੈ ਚੇਤਨ ਧਰਮ ਸ਼ਕਤੀ ਹੈ ਜੋ ਇਹਨੂੰ ਤੋੜਦੀ ਹੈ। ਇਸ ਤਰ੍ਹਾਂ ਭਾਈ ਇਹ ਆਤਮਾ ਜਿਹੜੀ ਅਨਾਤਮ ਇਹਨਾਂ ਦੇ ਵਿੱਚ ਮਿਲੀ ਹੋਈ ਹੈ ਪਦਾਰਥਾਂ ਵਿੱਚ। ਤਿੰਨ ਕੋ ਭਿੰਨ ਭਿੰਨ ਦਿਖਲਾਹੀ, ਤੇ ਮੇਰੇ ਸਤਿਗੁਰੂ ਜੀ ਇਉਂ ਸਾਰੇ ਹੀ ਪਦਾਰਥਾਂ ਵਿੱਚ ਸਾਰੇ ਸਰੀਰਾਂ ਵਿੱਚ ਆਤਮਾ ਨੂੰ ਅਲੱਗ ਕਰਕੇ ਵਿਖਾਉਂਦੇ ਨੇ। ਭਾਈ ਸਾਡੇ ਅੰਦਰ ਪਰਮੇਸ਼ਰ ਦੀ ਜੋਤ ਹੈ ਉਹ ਸਦਾ ਹੀ ਅਮਰ ਹੈ। ਨਿਰਨੈ ਸਤ ਅਸਤ ਕੋ ਕਰਹੀ, ਸਤਿਗੁਰੂ ਪਾਤਸ਼ਾਹ ਜੀ ਸੱਚ ਤੇ ਝੂਠ ਦਾ ਨਿਰਣਾ ਕਰਕੇ ਦਿਖਾਉਂਦੇ ਹਨ। ਹੰਤਾ ਮਮਤਾ ਸਭ ਪਰ ਹਰਹੀ, ਤੋ ਹਜੂਰ ਪਾਤਸ਼ਾਹ ਫਿਰ ਪ੍ਰੇਰਨਾ ਕਰ ਦੇਖੋ, ਇੱਕ ਤੇ ਹੰਕਾਰ ਹੈ, ਦੂਸਰਾ ਹੈ ਮੋਹ।
ਇਹਨਾਂ ਨੂੰ ਭਾਈ ਮਨ ਚੋਂ ਦੂਰ ਕਰਨਾ ਹੈ। ਸੁਨ ਉਪਦੇਸ ਹਿਰਦੇ ਜਿਨ ਧਾਰਾ, ਜਿਹੜਾ ਨੇ ਭਾਈ ਗੁਰੂ ਦਾ ਉਪਦੇਸ਼ ਸੁਣ ਕੇ ਹਿਰਦੇ 'ਚ ਧਾਰਨ ਕੀਤਾ, ਮੁਕਤ ਉਚਿਤ ਨਰ ਭਏ ਹਜ਼ਾਰਾਂ, ਹਜ਼ਾਰਾਂ ਹੀ ਲੋਕ ਮੁਕਤੀ ਦੇ ਯੋਗ ਹੋ ਗਏ, ਮੁਕਤੀ ਦੀ ਪ੍ਰਾਪਤੀ ਵਾਲੇ ਹੋ ਗਏ। ਕਿਰਪਾ ਦ੍ਰਿਸ਼ਟ ਦੇਖੇ ਜਗ ਸਾਈ, ਜਗਤ ਸੁਆਮੀ ਧੰਨ ਗੁਰੂ ਨਾਨਕ ਸਾਹਿਬ ਜੀ ਜਿਹਨਾਂ ਨੂੰ ਮਿਹਰ ਭਰੀ ਨਿਗਾਹ ਨਾਲ ਤੱਕ ਲੈਂਦੇ ਹਨ। ਕਹੈ ਸ਼ਬਦ ਜਿਉ ਦਵੈਤ ਮਿਟਾਈ, ਐਸੇ ਪਵਿੱਤਰ ਸ਼ਬਦ ਉਚਾਰਨ ਕਰਦੇ ਹਨ ਜਿਹਦੇ ਨਾਲ ਜੀਵ ਦੀ ਦੁਬਿਧਾ ਮਿਟ ਜਾਏ, ਵਾਹਿਗੁਰੂ ਪਰਮੇਸ਼ਰ ਵਿੱਚ ਭਰੋਸਾ ਆ ਜਾਵੇ। ਦ੍ਰਿੜ ਅਭਿਆਸ ਸਿੱਖ ਮਨ ਹੋਵਾ, ਸਿੱਖਾਂ ਦੇ ਮਨ ਵਿੱਚ ਇਸ ਤਰ੍ਹਾਂ ਅਭਿਆਸ ਪੱਕਾ ਹੋ ਗਿਆ ਹੈ ਸਿਮਰਨ ਦਾ। ਜਨਮ ਮਰਨ ਬੰਧਨ ਕੋ ਖੋਵਾ, ਤੇ ਜਨਮ ਤੇ ਮਰਨ ਦੇ ਜਿਹੜੇ ਬੰਧਨ ਹਨ ਇਹਨਾਂ ਨੂੰ ਦੂਰ ਕੀਤਾ ਗੁਰੂ ਨਾਨਕ ਦੇ ਉਪਦੇਸ਼ ਧਾਰਨ ਕਰਕੇ। ਦੋਹਰਾ ਮੋਹ ਭੂਤ ਨਾ ਮਨ ਲੱਗਿਓ, ਅਗਲਾ ਪ੍ਰਸੰਗ ਸ਼ੁਰੂ ਕਰਦੇ ਨੇ, ਮੰਗਲਾਚਰਨ ਕਰਦੇ ਨੇ। ਕਹਿੰਦੇ ਜਿਹੜਾ ਮੋਹ ਹੈ ਨਾ, ਇਹ ਭੂਤਨਾ ਬਣ ਕਰਕੇ ਮਨ ਨੂੰ ਲੱਗਿਆ ਜੀਵਾਂ ਦੇ ਨੂੰ। ਕਿਤੇ ਉਪਾਏ ਨ ਜਾਏ, ਕਿਸੇ ਵੀ ਯਤਨ ਦੇ ਨਾਲ ਇਹ ਸਾਥ ਨਹੀਂ ਛੱਡਦਾ ਮੋਹ ਜਿਹੜਾ ਹੈ। ਮੰਤਰ ਸਤਿਗੁਰ ਸ਼ਬਦ ਤੇ, ਇੱਕੋ ਹੀ ਗੱਲ ਹੈ, ਜਿਹੜਾ ਸਤਿਗੁਰੂ ਪਾਤਸ਼ਾਹ ਦਾ ਮੰਤਰ, ਗੁਰੂ ਦਾ ਬਖਸ਼ਿਆ ਨਾਮ ਸ਼ਬਦ ਜਿਹੜਾ ਸਿਮਰਨ ਕਰਨਾ ਹੈ। ਕਰ ਅਭਿਆਸ ਨਸਾਏ, ਅਭਿਆਸ ਕਰਨ ਦੇ ਨਾਲ ਇਹ ਮੋਹ ਦਾ ਭੂਤਨਾ ਮਗਰੋਂ ਲੱਥ ਜਾਂਦਾ ਹੈ। ਭਾਵ ਮੋਹ ਦੀ ਨਿਵਰਤੀ ਹੈ ਸ਼ਬਦ ਦੇ ਅਭਿਆਸ ਨਾਲ। ਚਉਪਈ ਸ੍ਰੀ ਗੁਰ ਕਥਾ ਥੋਰ ਹੀ ਗਾਈ, ਉਹ ਕਵੀ ਜੀ ਕਹਿੰਦੇ ਸੰਤੋਖ ਸਿੰਘ ਜੀ ਵੀ ਮੈਂ ਥੋੜੀ ਜਿਹੀ ਇਹ ਕਥਾ ਗੁਰੂ ਨਾਨਕ ਸਾਹਿਬ ਜੀ ਦੀ ਜੋ ਹੈ ਕਥਨ ਕੀਤੀ ਹੈ, ਨਹਿ ਮੋਹ ਤੇ ਸਭ ਜਾਏ ਬਨਾਈ, ਪਰ ਕਹਿੰਦੇ ਸਾਰੀ ਕਥਾ ਗੁਰੂ ਨਾਨਕ ਸਾਹਿਬ ਜੀ ਦੀ ਇਹ ਮੇਰੇ ਕੋਲੋਂ ਕਹਿੰਦੇ ਬੜਾਈ ਨਹੀਂ ਜਾ ਸਕਦੀ ਹੈ। ਪ੍ਰਭ ਕੀ ਮਹਿਮਾ ਉੱਚੋ ਉੱਚੀ, ਪਰਮੇਸ਼ਰ ਰੂਪ ਸਤਿਗੁਰਾਂ ਦੀ ਮਹਿਮਾ ਵਡਿਆਈ ਉੱਚਿਆਂ ਤੋਂ ਉੱਚੀ ਹੈ। ਮੇਰੀ ਮਤ ਹੈ ਨੀਚੋ ਨੀਚੀ, ਤੇ ਮੇਰੀ ਮੱਤ ਜਿਹੜੀ ਹੈ ਉਹ ਨੀਵੀਂ ਤੋਂ ਨੀਵੀਂ ਛੋਟੀ ਹੈ। ਕੈਸੇ ਸਮਤਾ ਤਿਸ ਕੀ ਹੋਏ, ਤੇ ਕਿਸ ਤਰੀਕੇ ਨਾਲ ਇਹ ਥੋੜੀ ਜੀ ਮੱਤ ਨਾਲ ਬਰਾਬਰੀ ਕਿਵੇਂ ਹੋ ਸਕਦੀ ਹੈ ਐਡੇ ਵੱਡੇ ਸਮਰੱਥ ਪਰਮੇਸ਼ਰ ਰੂਪ ਦੀ। ਰੰਚਕ ਮੇਰ ਸਮਝੀਏ ਸੋਏ, ਇਉਂ ਸਮਝ ਲਓ ਭਈ ਇਹ ਸੁਮੇਰ ਪਰਬਤ ਦੀ ਨਿਆਈ ਮਹਾਰਾਜ ਦੀ ਮਹਿਮਾ ਵੱਡੀ ਹੈ। ਤੇ ਇੱਕ ਕਿਣਕੇ ਦੇ ਮਾਤਰ ਕਹਿੰਦੇ ਮੈਂ ਕਥਨ ਕੀਤਾ ਹੈ। ਕੀਟੀ ਚਾਹੇ ਜੇ ਸਾਗਰ ਤਰਨੋ, ਜੇ ਕੀੜੀ ਕਹੇ ਮੈਂ ਸਮੁੰਦਰ ਨੂੰ ਤਰ ਜਾਵਾਂ, ਕਿਸ ਪ੍ਰਕਾਰ ਹੋਵੇ ਪਾਰਨ ਪਰਨੋ, ਤਾਂ ਕਹਿੰਦੇ ਕਿਸੇ ਤਰ੍ਹਾਂ ਵੀ ਉਹਦੇ ਕੋਲ ਪਾਰ ਨਹੀਂ ਹੋ ਸਕਦੀ ਹੈ ਸਮੁੰਦਰ ਤੋਂ। ਅਬ ਜਿਹ ਬਿਦ ਬੈਕੁੰਠ ਸਿਧਾਰੇ, ਹੁਣ ਕਹਿੰਦੇ ਦੇਖੋ ਜਿੰਨੀ ਕੁ ਕਥਾ ਸੀ, ਸੋ ਕਹਿੰਦੇ ਮੈਂ ਥੋੜੀ ਜਿਹੇ ਰੂਪ ਵਿੱਚ ਇਹ ਕਥਨ ਕੀਤੀ ਹੈ। ਹੁਣ ਜਿਸ ਤਰ੍ਹਾਂ ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚਖੰਡ ਨੂੰ ਗਏ ਹਨ, ਤਿਉ ਮੈਂ ਕਹੋ ਸੁਨਹੁ ਹਿਤ ਧਾਰੇ, ਪ੍ਰੇਮ ਧਾਰ ਕਰਕੇ ਸਰਵਣ ਕਰੋ ਉਸ ਕਥਾ ਨੂੰ ਹੁਣ ਕਹਿੰਦੇ ਹਾਂ। ਏਕ ਦਿਵਸ ਚੱਲ ਦਲ ਕੀ ਛਾਈ, ਇੱਕ ਦਿਨ ਸਤਿਗੁਰੂ ਪਾਤਸ਼ਾਹ ਕਰਤਾਰਪੁਰ ਸਾਹਿਬ ਦੇ ਵਿੱਚ ਧਰਮਸ਼ਾਲਾ ਦੇ ਮੂਹਰੇ ਵੱਡਾ ਸਾਰਾ ਪਿੱਪਲ ਸੀ, ਉਹਦੇ ਥੱਲੇ ਬੈਠੇ ਸਨ। ਬੈਠੇ ਹੁਤੇ ਭੋਰ ਜਗ ਸਾਈ, ਮੇਰੇ ਸਤਿਗੁਰੂ ਪਾਤਸ਼ਾਹ ਸਵੇਰ ਵੇਲੇ ਉਸ ਦੇ ਥੱਲੇ ਬੈਠੇ ਸਨ ਪਿੱਪਲ ਦੇ। ਮਹਿਖੀ ਬੜਵਾ ਸ਼ੁਦਾ ਵਸੇਖੀ, ਹਜੂਰ ਜੀ ਨੇ ਦੇਖਿਆ ਹੈ ਵੀ ਘੋੜੀਆਂ ਨੇ ਮੱਝਾਂ ਨੇ ਇਸ ਪ੍ਰਕਾਰ ਭੁੱਖੀਆਂ ਹਨ। ਤ੍ਰਿਣ ਬਹੀਨ ਜਬ ਸਗਰੀ ਦੇਖੀ, ਸਾਰੇ ਦੇਖੇ ਹਨ ਵੀ ਇਹਨਾਂ ਨੂੰ ਕਿਸੇ ਨੇ ਘਾਹ ਨਹੀਂ ਪਾਇਆ ਹੈ। ਕਮਲਾ ਨਾਮ ਦਾਸ ਇਕ ਆਹਾ, ਮੇਰੇ ਸਤਿਗੁਰੂ ਦਾ ਸੇਵਕ ਸੀ, ਉਹਦਾ ਨਾਮ ਹੀ ਭਾਈ ਕਮਲਾ ਸੀ। ਤੇ ਬੁਲਾਏ ਕੈ ਸ੍ਰੀ ਪ੍ਰਭ ਕਹਾ, ਉਸ ਨੂੰ ਬੁਲਾ ਕੇ ਸਤਿਗੁਰਾਂ ਨੇ ਬਚਨ ਕੀਤਾ। ਭਏ ਸ਼ੁਦਾ ਤੁਰ ਪਸ਼ੂ ਸਮੂਹਾ, ਆ ਦੇਖੋ ਸਾਰੇ ਜਿਹੜੇ ਪਸ਼ੂ ਹਨ ਇਹ ਸਾਰੇ ਹੀ ਭੁੱਖੇ ਹਨ। ਅਨਹੋ ਤ੍ਰਿਣੰ ਜਾਏ ਨਿਜ ਜੂਹਾ, ਆਪਣੀ ਜ਼ਮੀਨ ਵਿੱਚ ਜਾ ਕਰਕੇ ਉਥੋਂ ਘਾਹ ਪੱਠੇ ਵੱਢ ਕੇ ਲਿਆਓ। ਸੁਨ ਤਿਨ ਬਚਨ ਪਿਆਨਾ ਕੀਨਾ, ਤੋ ਸੇਵਕ ਨੇ ਗੁਰੂ ਦਾ ਹੁਕਮ ਸੁਣਿਆ ਤੇ ਚਲਾ ਗਿਆ ਹੈ। ਜਹਾਂ ਵਿਸਾਲ ਘਾਸ ਕੋ ਚੀਨਾ, ਜਿੱਥੇ ਬਹੁਤਾ ਘਾਹ ਸੀ ਆਪਣੇ ਖੇਤ ਵਿੱਚ, ਇਹ ਛਨ ਆਇਸ ਕੋ ਧਰ ਬੇਸਾ, ਤੋ ਉਸ ਵੇਲੇ ਗੁਰੂ ਪਾਤਸ਼ਾਹ ਦੀ ਆਗਿਆ ਮੰਨ ਕਰਕੇ ਚਲਿਆ ਹੈ। ਆਏ ਤ੍ਰੈ ਬਿਦ ਸੰਭੂ ਸੁਰੇਸਾ, ਉਹ ਕਹਿੰਦੇ ਨੇ ਜਦੋਂ ਇਹ ਕਮਲਾ ਸੇਵਕ ਤੋਂ ਘਾਹ ਲੈਣ ਪੱਠੇ ਲੈਣ ਗਿਆ ਹੈ, ਉਧਰੋਂ ਕਹਿੰਦੇ ਜੋਗੀਆਂ ਦੇ ਰੂਪ ਵਿੱਚ ਸੇ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਉਹ ਆਪਣਾ ਰੂਪ ਧਾਰ ਕੇ ਜੋਗੀ ਬਣ ਕੇ ਆਏ ਹਨ ਉੱਥੇ। ਕਮਲਾ ਜਾਤ ਬਾਹਰ ਕੋ ਹੀਰਾ, ਜਦੋਂ ਉਹਨਾਂ ਨੇ ਦੇਖਿਆ ਭਾਈ ਕਮਲਾ ਜੀ ਬਾਹਰ ਜਾ ਰਹੇ ਨੇ, ਨਾਮ ਲੈ ਤਬ ਉੱਚੋ ਟੇਰਾ, ਇਹ ਜਿਹੜੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆ ਨਾ ਗੁਰੂ ਸਾਹਿਬ ਦੇ ਸਾਹਮਣੇ ਹੋ ਕੇ ਨਹੀਂ ਹੁਕਮ ਕੋਈ ਕਰ ਸਕਦਾ। ਇਸ ਵਾਸਤੇ ਬਾਹਰ ਜਿਹੜੇ ਨੇ ਇਸ ਪ੍ਰਕਾਰ ਕਹਿੰਦੇ ਭਈ ਆਏ ਨੇ
ਤੇ ਗੁਰੂ ਦੇ ਸੇਵਕ ਨੂੰ ਨਾਮ ਲੈ ਕੇ ਆਵਾਜ਼ ਮਾਰੀ ਇਹਨਾਂ ਨੇ ਸਾਧੂਆਂ ਨੇ, ਨਿਕਟ ਬੁਲਾਇਓ ਬਚਨ ਉਚਾਰਾ। ਤੇ ਕੋਲ ਬੁਲਾ ਕਰਕੇ ਭਾਈ ਕਮਲਾ ਜੀ ਨੂੰ ਬਚਨ ਕੀਤਾ ਹੈ। ਕਹਿੰਦੇ ਹਨ, ਇਕ ਕਾਰਜ ਤੁਮ ਕਰਹੁ ਹਮਾਰਾ। ਕਹਿੰਦੇ ਭਾਈ ਸੇਵਕ ਇੱਕ ਸਾਡਾ ਵੀ ਕੰਮ ਕਰ ਤੂੰ। ਇਹ ਭੂਪਤ ਲੈ ਕੇ ਕਰ ਮਾਹੀ। ਦੇਖ ਇਸ ਪ੍ਰਕਾਰ ਸੋ ਇਹ ਬਭੂਤ ਲੈ ਕੇ ਕਰ ਮਾਹੀ। ਆਹ ਦੇਖ ਸਾਡੇ ਕੋਲ ਵਿਭੂਤੀ ਸਵਾਹ ਹੈ। ਕਹਿੰਦੇ ਇਹ ਹੱਥ ਵਿੱਚ ਲੈ ਲੈ ਸਾਡੇ ਕੋਲੋਂ। ਜਾਵੋ ਸ੍ਰੀ ਨਾਨਕ ਕੇ ਪਾਹੀ। ਧੰਨ ਗੁਰੂ ਨਾਨਕ ਸਾਹਿਬ ਦੇ ਕੋਲ ਚਲਾ ਜਾ। ਜਾਏ ਦਿਖਾਵ ਹੈ ਗੋ ਤੂੰ ਜਬ ਹੀ। ਜਦੋਂ ਤੂੰ ਜਾ ਕੇ ਗੁਰੂ ਨਾਨਕ ਸਾਹਿਬ ਨੂੰ ਵਿਖਾਵੇਂਗਾ ਨਾ ਇਹ ਵਿਭੂਤੀ ਸਵਾਹ ਜਿਹੜੀ ਹੈ, ਪੁੱਤਰ ਕਛੂ ਦਹਿ ਪ੍ਰਭ ਤਬ ਹੀ। ਤਦੋਂ ਪ੍ਰਭੂ ਰੂਪ ਗੁਰੂ ਨਾਨਕ ਸਾਹਿਬ ਕੋਈ ਜਵਾਬ ਉੱਤਰ ਦੇਣਗੇ। ਸੋ ਸੁਨ ਕੇ ਹਮ ਪਾਸ ਕਹੀਜੈ। ਤੇ ਜੋ ਗੁਰੂ ਦਾ ਹੁਕਮ ਹੋਵੇ ਉਹ ਸਾਨੂੰ ਆਣ ਕੇ ਤੂੰ ਦੱਸ ਦਵੀਂ। ਜਾਹੋ ਅਬੇ ਨਹਿ ਬਿਲਮ ਕਰੀਜੈ। ਤੇ ਤੂੰ ਹੁਣੇ ਜਾ ਭਾਈ ਦੇਰ ਨਾ ਲਾ। ਕਮਲੇ ਪਿਖ ਸਰੂਪ ਤਿਨ ਕੇਰਾ। ਉਹ ਭਾਈ ਕਮਲਾ ਸੇਵਕ ਨੇ ਗੁਰਸਿੱਖ ਨੇ ਜਦੋਂ ਇਹਨਾਂ ਦਾ ਰੂਪ ਦੇਖਿਆ ਹੈ ਤਾਂ ਕਰਾਤਮਾਨ ਅਤ ਸੁਭਤ ਕਨੇਰਾ। ਇਹਨਾਂ ਦੇ ਚਿਹਰੇ ਬੜੇ ਹੀ ਸੁੰਦਰ ਕ੍ਰਾਂਤੀਮਾਨ ਨੇ, ਬੜੇ ਚਮਕਦੇ ਨੇ, ਬੜੇ ਬੰਦਗੀ ਵਾਲੇ ਲੱਗਦੇ ਹਨ। ਅਚਰਜ ਭਇਓ ਤਬੇ ਮਨ ਮਾਹੀ। ਮਨ ਚ ਬੜੀ ਅਚਰਜਤਾ ਸਾਈ ਦਰਸ਼ਨ ਕਰਕੇ ਇਹਨਾਂ ਦੇ। ਲਖੇ ਨ ਜਾਹੇ ਕੇ ਸੁਰ ਨਰ ਆਹੀ। ਤੋ ਉਹ ਗੁਰੂ ਦਾ ਸਿੱਖ ਦੇਖਦਾ ਪਤਾ ਨਹੀਂ ਲੱਗਦਾ ਇਹ ਬੰਦੇ ਨੇ, ਮਨੁੱਖ ਨੇ ਕਿ ਜਾਂ ਕੋਈ ਦੇਵਤੇ ਹਨ। ਕਹਿੰਦੇ ਨਹੀਂ ਸਮਝ ਨਹੀਂ ਆਉਂਦੀ ਹੈ। ਹਟਨ ਲੱਗਿਓ ਉਰ ਭਈ ਵਿਚਾਰਾ। ਜਦੋਂ ਇਹਨਾਂ ਦਾ ਸੁਨੇਹਾ ਲੈ ਕੇ ਮੁੜ ਕੇ ਗੁਰੂ ਨਾਨਕ ਸਾਹਿਬ ਜਾਣ ਲੱਗਾ ਤਾਂ ਗੁਣ ਕਹਿ ਤਿਸਨੋ ਬਚਨ ਉਚਾਰਾ। ਤੇ ਮਨ 'ਚ ਵਿਚਾਰ ਕਰਕੇ ਉਸਨੇ ਇਸ ਤਰੀਕੇ ਨਾਲ ਕਿਹਾ ਸੇਵਕ ਨੇ, ਸਤਿਗੁਰ ਕੀ ਆਇਸ ਅਸ ਮੋਹੀ। ਭਾਈ ਦੇਖੋ ਗੱਲ ਏਦਾਂ, ਗੁਰੂ ਸਾਹਿਬ ਦਾ ਮੈਨੂੰ ਇਹ ਹੁਕਮ ਹੈ, ਪੁਨ ਜਾਵੋ ਤ੍ਰਿਣ ਭਾਰ ਜੇ ਹੋਹੀ। ਤੇ ਮੈਂ ਭਾਈ ਜਾਊਂਗਾ ਗੁਰੂ ਦੇ ਕੋਲ, ਪਰ ਮੈਂ ਆਪਣਾ ਸੋ ਘਾਹ ਪੱਠਿਆਂ ਦੀ ਸੋ ਇਸ ਪ੍ਰਕਾਰ ਪੰਡ ਵੱਢ ਕਰਕੇ ਲੈ ਕੇ ਫਿਰ ਜਾਊਂ। ਮਹਾਰਾਜ ਦਾ ਹੁਕਮ ਹੈ, ਦੋਏ ਮਹੂਰਤ ਮਹਿ ਕਰ ਲੈ ਹੂੰ। 2 ਘੜੀਆਂ ਦੇ ਵਿੱਚ ਮੈਂ ਪੱਠੇ ਇਸ ਤਰ੍ਹਾਂ ਜਿਹੜੇ ਨਾ ਘਾਹ ਵੱਢ ਲੈਣਾ ਹੈ। ਪੁਨ ਤੁਮ ਜਾਏ ਸੰਦੇਸਾ ਦੈ ਹੂੰ। ਤੇ ਫਿਰ ਤੁਹਾਡਾ ਸੁਨੇਹਾ ਭਾਈ ਜਾ ਕੇ ਗੁਰੂ ਸਾਹਿਬ ਨੂੰ ਦਊਂਗਾ, ਐਡੀ ਛੇਤੀ ਨਹੀਂ ਮੈਂ ਜਾ ਸਕਦਾ। ਤਬ ਸੁਰੇਸ਼ ਉਠ ਐਸੋ ਕੀਨਾ। ਕਹਿੰਦੇ ਉਸ ਵੇਲੇ ਸ਼ਿਵ ਜੀ ਨੇ ਉੱਠ ਕਰਕੇ ਇਉਂ ਕੀਤਾ ਹੈ, ਭਾਰ ਤ੍ਰੈਣ ਮੁਸਕ ਕਰ ਦੀਨਾ। ਉਹ ਕਹਿੰਦੇ ਉਹਨੇ ਕਿਤੇ ਉੱਠ ਕੇ ਥੋੜਾ ਜਿਹਾ ਘਾਹ ਜਿਹੜਾ ਹੈ ਇਸ ਪ੍ਰਕਾਰ ਤੋੜਿਆ ਹੱਥ ਨਾਲ ਮੁੱਠੀ ਕੁ ਭਰ, ਸਿਰ ਉਚਵਾਏ ਸੋ ਪੁਰੀ ਪਠਾਵਾ। ਤੇ ਝੱਟ ਉਸ ਦੀ ਵੱਡੀ ਸਾਰੀ ਪੰਡ ਬਣਾ ਕਰਕੇ ਸਿਰ ਤੇ ਚੁਕਾ ਦਿੱਤੀ ਹੈ। ਕਮਲੇ ਹਿਰਦੇ ਅਚਰਜ ਪਾਵਾ। ਤੋ ਭਾਈ ਕਮਲੇ ਸਿੱਖ ਨੇ ਬੜੀ ਅਚਰਜਤਾ ਦੇਖੀ, ਵੀ ਬੜੀ ਹੈਰਾਨੀ ਦੀ ਗੱਲ ਹੈ। ਅਜਮਤ ਜੁਗਤ ਤੇਜ ਦਿਪਤਾਈ। ਤੇ ਇਹਨਾਂ ਦਾ ਬੜਾ ਭਾਰੀ ਤੇਜ ਪ੍ਰਤਾਪ ਡਾਢਾ ਦਿਸਦਾ ਹੈ। ਫਿਰ ਕਰਾਮਾਤ ਵੀ ਪ੍ਰਗਟ ਕਰਕੇ ਦੱਸੀ ਇਹਨਾਂ ਨੇ। ਭੇਵ ਨਾ ਇਨ ਕੋ ਜਾਣਿਓ ਜਾਈ। ਭਾਈ ਮੇਰੇ ਕੋਲੋਂ ਤਾਂ ਇਹਨਾਂ ਦਾ ਭੇਦ ਨਹੀਂ ਸਮਝਿਆ ਜਾਂਦਾ ਵੀ ਕੌਣ ਲੋਕ ਹਨ ਇਹ। ਪੁਰ ਮਹਿ ਤੂਰਨ ਜਬ ਹੀ ਆਵਾ। ਜਦੋਂ ਝੱਟ ਮੁੜ ਕੇ ਆ ਗਿਆ ਹੈ ਗੁਰੂ ਸਾਹਿਬ ਦੇ ਸਾਹਮਣੇ, ਪਿਖਤ ਹੁਤੇ ਪ੍ਰਭ ਬਚਨ ਲਾਵਾ। ਗੁਰੂ ਸਾਹਿਬ ਦੇਖ ਰਹੇ ਸਨ ਇਸ ਨੂੰ ਵਾਪਸ ਆਉਂਦੇ ਨੂੰ, ਤਾਂ ਬਚਨ ਕੀਤਾ। ਕਮਲੇ ਜਸ ਪਦ ਤ੍ਰਿਣ ਲੈ ਆਇਓ। ਉਹ ਕਹਿਣ ਲੱਗੇ ਇਸ ਪ੍ਰਕਾਰ, ਸੋ ਕਮਲੇ ਤੂੰ ਬੜੀ ਛੇਤੀ ਭਾਈ ਘਾਹ ਲੈ ਕੇ ਆ ਗਿਆ ਪੱਠੇ। ਕਿਦੋਂ ਕਿਸੂ ਕੋ ਜਾਏ ਚੁਰਾਇਓ। ਕੀ ਕਿਤੇ ਕਹੇ ਦੇ ਤੂੰ ਚੋਰੀ ਤੇ ਨਹੀਂ ਕਰਕੇ ਲੈ ਆਇਆ ਛੇਤੀ ਨਾਲ। ਬਲ ਛਲ ਕਰ ਜੇ ਲੀਨੇ ਪਰ ਕੋ। ਦੇਖ ਜੇ ਕਿਸੇ ਪਰਾਏ ਦੇ ਪੱਠੇ ਬਲਛਲ ਕਰਕੇ ਧੋਖਾ ਕਰਕੇ ਤੂੰ ਲਿਆਇਆ ਨਾ ਜੇਕਰ, ਤੋ ਨਹਿ ਜਾਹੋ ਅਗਾਰੀ ਘਰ ਕੋ। ਤੇ ਫਿਰ ਅੱਗੇ ਘਰ ਨੂੰ ਨਾ ਜਾ, ਇੱਥੋਂ ਹੀ ਮੁੜ ਜਾ ਤੂੰ। ਹਮਰੀ ਮਹਿਖਨ ਨਾਹੇ ਖਵਾਏ। ਤੇ ਸਾਡੀਆਂ ਮੱਝਾਂ ਨੂੰ ਨਾ ਪਾਵੇਂ। ਗੁਰੂ ਸਾਹਿਬ ਨੇ ਬਿਲਾਸ ਦਾ ਬਚਨ ਕੀਤਾ ਇਹ। ਬਹੁਰ ਧਰਹੁ ਜਹੈ ਤੇ ਤੂੰ ਲਿਆਏ। ਉੱਥੇ ਜਾ ਕੇ ਰੱਖਿਆ ਜਿੱਥੋਂ ਲਿਆਇਆ, ਜੇ ਚੋਰੀ ਦੇ ਪੱਠੇ ਫਿਰ ਨਾ ਸਾਡੇ ਪਸ਼ੂਆਂ ਨੂੰ ਪਾਈ। ਦੋਹਰਾ ਕਮਲਾ ਬੋਲਿਓ ਬੰਦ ਕਰ। ਹੱਥ ਜੋੜ ਕੇ ਬੇਨਤੀ ਕਰਕੇ ਬੋਲਿਆ ਹੈ ਭਾਈ ਕਮਲਾ ਸਿੱਖ, ਨਹੀਂ ਚੁਰਾਇਓ ਜਾਏ। ਮਹਾਰਾਜ ਮੈਂ ਕਿਧਰੇ ਵੀ ਜਾ ਕਰਕੇ ਚੋਰੀ ਨਹੀਂ ਕੀਤੇ ਪੱਠੇ ਇਹ। ਜਿਉ ਆਨੇ ਤੂਰਨ ਤ੍ਰਿਣਨ। ਜਿਸ ਤਰ੍ਹਾਂ ਮੈਂ ਛੇਤੀ ਲੈ ਕੇ ਆਇਆ ਹਾਂ ਘਾਹ ਇਹ, ਤਿਉ ਸੁਣੀਏ ਸੁਖਦਾਏ। ਇਹ ਸੁੱਖਾਂ ਦੇ ਦਾਤਾ ਜੀ ਹੁਣ ਸਰਵਣ ਕਰੋ। ਚਉਪਈ ਤ੍ਰੈ ਜੋਗੀ ਬਾਹਰ ਹੈ ਬੈਸੇ। 3 ਜੋਗੀ ਬਾਹਰ ਬੈਠੇ ਹੋਏ ਆ ਮਹਾਰਾਜ। ਦੇਖੇ ਮੈਂ ਸੋ ਅਜਮਤੀ ਜੈਸੇ। ਮੈਂ ਦੇਖੇ ਨਹੀਂ ਉਹ ਜਿਸ ਤਰ੍ਹਾਂ ਕਰਾਮਾਤਾਂ ਵਾਲੇ ਹਨ। ਏਕ ਮੁਸ਼ਟ ਮਹਿ ਤ੍ਰੇਣ ਤਿਨ ਲੈ ਕਰ। ਇੱਕ ਮੁੱਠੀ ਵਿੱਚ ਉਹਨਾਂ ਨੇ ਕੱਖ ਲੈ ਕਰਕੇ ਭਾਰ ਬੰਧਾਇਓ ਚਾਇਓ ਦਇਓ ਸਿਰ। ਤੋਂ ਕਹਿੰਦੇ ਨੇ ਵੱਡਾ ਭਾਰੀ ਭਾਰ ਬਣਾ ਕੇ ਪੰਡ ਬਣਾ ਕੇ ਮੇਰੇ ਸਿਰ ਤੇ ਚਕਾ ਦਿੱਤੀ ਹੈ। ਤੁਮ ਕੋ ਏਕ ਸੰਦੇਸਾ ਦੀਨੋ। ਇੱਕ ਮਾਰਾ ਸੁਨੇਹਾ ਤੁਹਾਡੇ ਵਾਸਤੇ ਦਿੱਤਾ ਇਹਨਾਂ ਨੇ। ਕਹਿ ਪਟ ਗਾਂਠੀ ਖੋਲਨ ਕੀਨੋ। ਤਾਂ ਇਉਂ ਕਹਿ ਕੇ
ਜੋ ਆਪਣੇ ਪੱਲੇ ਗੰਢ ਬੰਨੀ ਹੋਈ ਸੀ ਉਹ ਖੋਲ ਦਿੱਤੀ ਹੈ। ਦਈ ਵਿਭੂਤ ਗੁਰੂ ਕਰ ਮਹਿ ਜਬ, ਜਦੋਂ ਸਤਿਗੁਰਾਂ ਦੇ ਹੱਥ ਵਿੱਚ ਉਹ ਵਿਭੂਤੀ ਦਿੱਤੀ ਹੈ ਸੁਆਹ ਜਿਹੜੀ ਸੀ, ਸ਼ੰਕਰ ਕਰ ਕੀ ਜਾਨ ਲਈ ਤਬ, ਅੰਤਰਜਾਮੀ ਗੁਰੂ ਨੇ ਜਾਣ ਲਿਆ ਵੀ ਆ ਸ਼ਿਵ ਜੀ ਕਮਲਾ ਹਮਰੋ ਲਿਆਏ ਸੰਦੇਸਾ, ਤੇ ਮੇਰੇ ਸਤਿਗੁਰੂ ਜੀ ਕਹਿੰਦੇ ਭਾਈ ਕਮਲੇ ਸਾਡਾ ਸੁਨੇਹਾ ਲੈ ਆਇਆ ਤੂੰ। ਤੀਨ ਬੇਰ ਇਉ ਕਹਿ ਜਗਤੇਸਾ, ਜਗਤ ਈਸ਼ਵਰ ਸਤਿਗੁਰ ਤਿੰਨ ਵੇ ਕਮਲੇ ਸਾਡਾ ਸੁਨੇਹਾ ਤੂੰ ਲੈ ਆਇਆ ਹੈ। ਬਹੁਰ ਬਚਨ ਉਚਰੇ ਸ੍ਰੀ ਬਦਨਾ, ਸੁਭਾਏ ਮਨ ਮੁਖ ਤੋਂ ਹਜੂਰ ਨੇ ਫਿਰ ਬਚਨ ਕੀਤੇ। ਕਮਲੇ ਜਾਹੋ ਸਧਾਰਨ ਸਦਨਾ, ਤੋ ਇਦਾਂ ਕਰ ਭਾਈ ਕਮਲਾ ਜੀ, ਇਦਾਂ ਕਰ ਭਾਈ ਸਧਾਰਨ ਦੇ ਘਰ ਵਿੱਚ ਜਾ ਤੂੰ ਹੁਣ। ਆਨੋ ਹਮਰੇ ਨਿਕਟ ਬੁਲਾਈ, ਉਹਨੂੰ ਬੁਲਾ ਕਰਕੇ ਸਾਡੇ ਕੋਲ ਲੈ ਆਓ। ਗਮਨਿਓ ਕਮਲਾ ਆਇਸ ਪਾਈ, ਆਗਿਆ ਪਾ ਕਰਕੇ ਭਾਈ ਕਮਲਾ ਜੀ ਗਏ ਹਨ। ਸ੍ਰੀ ਅੰਗਦ ਤੇ ਸੋ ਪਛਚਾਤੀ, ਸ੍ਰੀ ਅੰਗਦ ਦੇਵ ਸਭ ਤੋਂ ਪਿੱਛੋਂ ਫਿਰ ਇਹ ਕਰਤ ਰਹਿਤ ਸੇਵਾ ਦਿਨ ਰਾਤੀ, ਦਿਨੇ ਰਾਤ ਸਾਹਿਬ ਗੁਰੂ ਨਾਨਕ ਦੇ ਚਰਨਾਂ ਦੀ ਸੇਵਾ ਭਾਈ ਸਧਾਰਨ ਜੀ ਕਰਿਆ ਕਰਦੇ ਸਨ। ਸਗਰੇ ਬਸਤਰ ਸਵਸ਼ ਸੋ ਕਰਹੀ, ਸਾਰੇ ਮਹਾਰਾਜ ਦੇ ਬਸਤਰਾਂ ਨੂੰ ਧੋਇਆ ਕਰਦਾ ਸੀ ਇਹ। ਚਰਨ ਪਖਾਰ ਹਰਖ ਉਰ ਭਰਹੀ, ਮਹਾਰਾਜ ਦੇ ਸੋ ਚਰਨ ਧੋਂਦਾ ਹੈ, ਬੜਾ ਖੁਸ਼ ਹੁੰਦਾ ਹੈ। ਇਤਿਆਦਿਕ ਜੋ ਸੇਵਾ ਸਾਰੀ, ਇਸ ਤੋਂ ਆਦ ਲੈ ਕਰਕੇ ਸਾਰੀ ਜੋ ਸੇਵਾ ਸੀ ਕਰਤ ਸਦਾ ਪ੍ਰੀਤੀ ਔਰ ਧਾਰੀ, ਪ੍ਰੇਮ ਧਾਰ ਕੇ ਗੁਰੂ ਨਾਨਕ ਸਾਹਿਬ ਦੀ ਸੇਵਾ ਕਮਾਉਂਦਾ ਸੀ ਭਾਈ ਸਧਾਰਨ। ਸੋ ਬੁਲਵਾਏ ਲੀਨ ਨਿਜ ਸੰਗਾ, ਉਸ ਨੂੰ ਆਪਣੇ ਨਾਲ ਬੁਲਾ ਲਿਆ ਹੈ। ਗਮਨੇ ਬਾਹਰ ਗੁਰੂ ਉਤੰਗਾ, ਮੇਰੇ ਸਤਿਗੁਰੂ ਜੀ ਸਭ ਸ੍ਰੇਸ਼ਟ ਉੱਚੇ ਸੁੱਚੇ ਮਹਾਰਾਜ ਫਿਰ ਬਾਹਰ ਚਲੇ ਹਨ। ਔਰ ਦਾਸ ਸਭ ਦੀਨ ਹਟਾਈ, ਬਾਕੀ ਸਾਰੇ ਸੇਵਕਾਂ ਨੂੰ ਰੋਕ ਦਿੱਤਾ ਮਹਾਰਾਜ ਨੇ। ਪਹੁੰਚਤ ਭਏ ਜਾਏ ਤਿਹ ਥਾਈ, ਉੱਥੇ ਪਹੁੰਚ ਗਏ ਮੇਰੇ ਸਤਿਗੁਰੂ ਪਾਤਸ਼ਾਹ। ਕਿਤਕ ਦੂਰ ਬੈਠਾਏ ਸਾਧਾਰਣ, ਸੰਧਾਰਨ ਨੂੰ ਵੀ ਥੋੜੀ ਦੂਰ ਤੇ ਪਿੱਛੇ ਹੀ ਬਿਠਾ ਦਿੱਤਾ ਹੈ। ਮਿਲੇ ਜਾਏ ਤਿਨ ਨਰਕ ਨਿਵਾਰਣ, ਨਰਕਾਂ ਨੂੰ ਨਿਵਰਤ ਕਰਨ ਵਾਲੇ ਸਤਿਗੁਰੂ ਜੀ ਉੱਥੇ ਮਿਲੇ ਜਾ ਕਰਕੇ ਉਹਨਾਂ ਤਿੰਨਾਂ ਜੋਗੀਆਂ ਨੂੰ। ਜੈਤ ਸਚ ਦਾ ਆਨੰਦ ਸੋ ਦੋਹੰ, ਤੋ ਇਸ ਪ੍ਰਕਾਰ ਇਹਨਾਂ ਦੇਵਤਿਆਂ ਨੇ ਕਿਹਾ ਮਹਾਰਾਜ ਸਤ ਚੇਤਨ ਆਨੰਦ ਜੀ ਤੁਹਾਡੀ ਜੈ ਹੋਵੇ। ਕਹਿ ਅਸ ਉਠੇ ਪਰਮ ਸੁਖ ਹੋਹੰ, ਤੋ ਇਉਂ ਕਹਿ ਕਰਕੇ ਤੇ ਉੱਠੇ ਨੇ ਸਤਕਾਰ ਵਿੱਚ ਗੁਰੂ ਨਾਨਕ ਸਾਹਿਬ ਬੜੇ ਸੁਖੀ ਹੋਏ ਨੇ ਦਰਸ਼ਨ ਕਰਕੇ ਗੁਰੂ ਸਾਹਿਬ ਦੇ। ਦੇਖ ਸਰੂਪ ਹਿਰਦੇ ਹਰ ਖਾਏ, ਸਤਿਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰਕੇ ਬਹੁਤ ਖੁਸ਼ ਹੋਏ ਨੇ। ਲੋਚਨ ਕਮਲ ਪਰ ਫੁੱਲ ਸੁਹਾਏ, ਉਹਨਾਂ ਦੇ ਨੇਤਰ ਕਮਲ ਖਿੜ ਗਏ ਦਰਸ਼ਨ ਕਰਕੇ ਗੁਰੂ ਸਾਹਿਬ ਦੇ ਨਾਲ। ਬਹੁਰ ਪ੍ਰੇਮ ਜੁਤ ਉਤਸਤ ਉਸਤਤ ਠਾਨੀ, ਬੜੇ ਪ੍ਰੇਮ ਦੇ ਸਹਿਤ ਫਿਰ ਇਹਨਾਂ ਉਪਮਾ ਕੀਤੀ ਹੈ। ਪਰਮ ਮਨੋਹਰ ਕਰਮ ਮਨ ਬਾਨੀ, ਮਨ ਬਾਣੀ ਸਰੀਰ ਕਰਕੇ ਮਹਾਰਾਜ ਦੀ ਮਹਿਮਾ ਕੀਤੀ ਇਹਨਾਂ ਨੇ। ਤੋਟਕ ਸੰਦ ਅਬ ਰਾਮ ਸਦਾ ਸੁਖ ਧਾਮ ਪ੍ਰਭੂ, हे ਪ੍ਰਭੂ ਜੀ ਤੁਸੀਂ ਅਬਰਾਮ ਸੁੰਦਰ ਹੋ, ਸੁੱਖਾਂ ਦੇ ਘਰ ਹੋ। ਗਤ ਦਾਇਕ ਨਾਇਕ ਲੋਕ ਸਭੋ, ਸਾਰੇ ਲੋਕਾਂ ਦੇ ਪ੍ਰੇਰਕ ਮਾਲਕ ਹੋ ਤੇ ਮੁਕਤੀ ਦੇ ਦਾਤਾ ਹੋ। ਦੁਖ ਘਾਇਕ ਸਾਇਕ ਬੈਨ ਤੋਯੰ, ਤੁਹਾਡੇ ਜਿਹੜੇ ਬਚਨ ਨੇ ਮਹਾਰ ਸਾਇਕ ਤੀਰਾਂ ਦੀ ਨਿਆਈ ਹੈ, ਦੁੱਖਾਂ ਨੂੰ ਨਾਸ਼ ਕਰਨ ਵਾਲੇ ਹਨ। ਭਵ ਪਾਲਕ ਕਾਲਕ ਨਿਤ ਜਯੰ, ਨਿਤ ਜੀਵਾਂ ਨੂੰ ਪੈਦਾ ਕਰਨਾ, ਉਹਨਾਂ ਨੂੰ ਸੰਭਾਲਣਾ ਤੇ ਵਿਨਾਸ਼ ਕਰਨਾ, ਇਹ ਮਹਾਰਾਜ ਤੁਹਾਡੀ ਸਮਰੱਥਾ ਹੈ। ਤੁਮ ਬਾਮਨ ਪੂਰਬ ਰੂਪ ਤਰਿਓ, ਪਹਿਲਾਂ ਤੁਸਾਂ ਨੇ ਸਤਜੁਗ ਵਿੱਚ 52 ਰੂਪ ਧਾਰਨ ਕੀਤਾ ਸੀ। ਹੋਏ ਰਾਘਵ ਰਾਮਨ ਦੈਤ ਹਰਿਓ, ਤੋ ਇਸ ਪ੍ਰਕਾਰ ਰਾਮ ਦਾ ਰੂਪ ਧਾਰਨ ਕਰਕੇ ਦੈਂਤਾਂ ਦਾ ਵਿਨਾਸ਼ ਕੀਤਾ, ਰਾਵਣ ਵਰਗਿਆਂ ਦਾ। ਪੁਨ ਜਾਦਵ ਬੰਸ਼ ਹੈ ਕੰਸ ਮਰਿਓ, ਫਿਰ ਕ੍ਰਿਸ਼ਨ ਰੂਪ ਧਾਰਨ ਕਰਕੇ ਕੰਸ ਨੂੰ ਵਿਨਾਸ਼ ਕੀਤਾ ਸੀ। ਕਲ ਕਾਲ ਸੁ ਨਾਨਕ ਨਾਮ ਪਰਿਓ, ਤੇ ਕਲਯੁਗ ਦੇ ਵਿੱਚ ਤੁਹਾਡਾ ਨਾਮ ਨਾਨਕ ਸਾਹਿਬ ਜੀ ਹੈ। ਤਬ ਸੀਸ ਸਹੰਸੁਰ ਨਾ ਏਕ ਸਰੀਰੰ, ਤਾਂ ਮਹਾਰਾਜ ਸਹਿਜ ਤਬ ਨੈਣ ਜਿਹੜਾ ਮਹਾਰਾਜ ਨੇ ਕਿਹਾ ਤੁਹਾਡੇ ਮਹਾਰਾਜ ਅਨੇਕਾਂ ਹੀ ਇਸ ਪ੍ਰਕਾਰ ਸਰੀਰ ਨੇ, ਪਰ ਨਿਰਗੁਣ ਵਿੱਚ ਕੋਈ ਵੀ ਨਹੀਂ ਹੈ। ਕਰ ਪਾਦ ਅਨੇਕ ਨ ਏਕ ਕਰੰ, ਹੱਥ ਪੈਰ ਤੁਹਾਡੇ ਮਹਾਰਾਜ ਅਨੇਕਾਂ ਹਨ ਸਰਗੁਣ ਰੂਪ ਦੇ, ਨਿਰਗੁਣ ਵਿੱਚ ਕੋਈ ਵੀ ਨਹੀਂ ਹੈ। ਬਿਨ ਅੰਤ ਬਲੋਚਨ ਕੋਏ ਨਾ ਹੈ, ਤੁਸੀਂ ਬਿਨਾਂ ਨੇਤਰਾਂ ਤੋਂ ਹੋ ਇਸ ਪ੍ਰਕਾਰ ਨਿਰਗੁਣ ਸਰੂਪ ਵਿੱਚ, ਬਾਕੀ ਸਾਰੇ ਹੀ ਬੇਅੰਤ ਨੇਤਰ ਹਨ ਤੁਹਾਡੇ। ਬਹੁ ਮਹੂਰਤ ਹੋ ਅਨਮੂਰਤ ਹੈ, ਤੋ ਮਹਾਰਾਜ ਬਹੁਤ ਮੂਰਤਾਂ ਨੇ ਤੁਹਾਡੇ ਸਰੂਪ, ਪਰ ਅਸਲ ਵਿੱਚ ਤੁਹਾਡਾ ਇੱਕ ਵੀ ਰੂਪ ਨਹੀਂ ਹੈ। ਜਗ ਨਾਮ ਸਹੰਸਰ ਅਨਾਮ ਅਹੋ, ਮਹਾਰਾਜ ਹਜ਼ਾਰਾਂ ਹੀ ਤੁਹਾਡੇ ਨਾਮ ਨੇ, ਪਰ ਅਸਲ ਵਿੱਚ ਤੁਹਾਡਾ ਕੋਈ ਨਾਮ ਵੀ ਨਹੀਂ ਨਿਰਗੁਣ ਦਾ। ਬਹੁ ਸਰੋਨਨ ਤੇ ਬਿਨ ਸਰੋਨ ਰਹੋ, ਬਹੁਤ ਤੁਹਾਡੇ ਕੰਨ ਨੇ ਇਸ ਪ੍ਰਕਾਰ ਸੰਸਾਰ ਨੂੰ ਜਿੰਨੇ ਵੀ ਦਿੱਤੇ ਨੇ, ਪਰ ਆਪਣਾ ਤੁਹਾਡਾ ਨਿਰਗੁਣ ਰੂਪ ਵਿੱਚ ਜੋਤੀ ਸਰੂਪ ਵਿੱਚ ਕੋਈ ਵੀ ਕੰਨ ਨਹੀਂ ਹੈ। ਬ੍ਰਹਮੰਡ ਵਿਰਾਟ ਸਰੂਪ ਤੋਯੰ, ਮਹਾਰਾਜ ਇਹ ਜਿਹੜਾ
ਬ੍ਰਹਮੰਡ ਰਚਿਆ ਹੋਇਆ, ਇਹ ਤੁਹਾਡਾ ਵਿਰਾਟ ਰੂਪ ਹੈ। ਅਹੈ ਲੋਚਨ ਭਾਨ ਮਯੰਕ ਦੋਯੰ। ਇਹ ਮਾਲਕ ਜੀ, ਸੋ ਜਿਹੜਾ ਸੂਰਜ ਚੰਦਰਮਾ ਤੁਹਾਡੇ ਨੇਤਰ ਹਨ। ਅਸ਼ਟਾਦਸ ਭਾਰ ਰੁਮਾਵਲਿਅੰ। ਜਿਹੜੀ ਮਹਾਰਾਜ 18 ਭਾਰ ਬਨਸਪਤੀ ਹੈ, ਇਹ ਤੁਹਾਡੇ ਰੋਮ ਹਨ ਸਰੀਰ ਦੇ ਵਿਰਾਟ ਰੂਪ ਦੇ। ਉਦਰੋਦਿਤ ਹੈ ਸਰਤਾ ਨਸਾਇੰ। ਇਸ ਪ੍ਰਕਾਰ ਮਹਾਰਾਜ ਜਿਹੜਾ ਸਮੁੰਦਰ ਤੁਹਾਡਾ ਪੇਟ ਹੈ, ਜਿੰਨੀਆਂ ਨਦੀਆਂ ਨੇ ਇਹ ਤੁਹਾਡੀਆਂ ਨਸਾਂ ਨਾੜੀਆਂ ਹਨ। ਮੁਖ ਪਾਵਕ ਦਾੜ ਜਮੰ ਜਾਨੀਐ। ਜਮਦੂਤ ਤੁਹਾਡੀਆਂ ਦਾੜਾਂ ਨੇ। ਮੁਖ ਤੁਹਾਡਾ ਅੱਗ ਜਿਹੜੀ ਹੈ ਮੁਖ ਹੈ। ਭੁਜ ਲੋਕਪਤੀ ਤੁਮਰੀ ਗਨੀਐ। ਇਹ ਮਾ ਜਿਤਨੇ ਲੋਕਪਤੀ ਹਨ ਉਹ ਤੁਹਾਡੀਆਂ ਬਾਹਾਂ ਹਨ। ਸਤ ਲੋਕ ਸਿਰੰ ਸੋ ਪਤਾਲ ਪਦੰ। ਜਿਹੜੇ ਉੱਪਰਲੇ 7 ਲੋਕ ਤੁਹਾਡਾ ਸਿਰ ਹੈ, ਥੱਲੇ ਜਿਹੜੇ ਪਤਾਲ 7 ਨੇ ਤੁਹਾਡੇ ਚਰਨ ਹਨ। ਮਦ ਦੇਸ ਸਿਤੰ ਬਚ ਵੇਦ ਬਦੰ। ਤੋ ਮਹਾਰਾਜ ਵੇਦ ਗਿਆਨ ਦੇ ਤੁਹਾਡੇ ਜਿਹੜੇ ਵੇਦ ਨੇ, ਇਹ ਤੁਹਾਡਾ ਭਾਵ ਗਿਆਨ ਜਿਹੜਾ ਇਹੋ ਹੀ ਤੁਹਾਡੇ ਮੁਖ ਦੇ ਬਚਨ ਹਨ। ਤੇ ਇਸ ਤਰੀਕੇ ਨਾਲ ਤੁਹਾਡਾ ਮਹਾਰਾਜ ਇਹ ਵਿਰਾਟ ਰੂਪ ਹੈ, ਵੱਡਾ ਭਾਰੀ। ਧਰਮ ਪੂਰਬ ਭਾਗ ਅਧਰਮ ਪਿਠੰ। ਤੋ ਤੁਹਾਡਾ ਅਗਲਾ ਹਿੱਸਾ ਧਰਮ ਹੈ, ਪਿਛਲਾ ਅਧਰਮ ਜੋ ਪਾਪ ਪਿਛਲਾ ਹਿੱਸਾ ਹੈ। ਪ੍ਰਭ ਕਾਲ ਪ੍ਰਭੰਜਨ ਸਾਸ ਨਿਠੰ। ਇਹ ਮਹਾਰਾਜ ਤੁਹਾਡੇ ਸੋ ਇਸ ਪ੍ਰਕਾਰ ਜਿਹੜੀ ਪ੍ਰਭੰਜਨ ਪਾਉਣ ਹੈ ਨਾ, ਇਹ ਤੁਹਾਡੇ ਸਵਾਸ ਹਨ। ਤਬ ਰੂਪ ਚਰਾਚਰ ਸਰਬ ਹਰੇ। ਇਹ ਮਾਲਕ ਜੀ, ਸੋ ਇਹ ਹਰੀ ਰੂਪ ਜੀ, ਜਿਤਨੇ ਜੜ ਚੇਤਨ ਰੂਪ ਨੇ ਸਾਰੇ ਤੁਹਾਡੇ ਹਨ। ਉਰ ਮਾਹੇ ਗੁਰੰ ਅਸ ਧਿਆਨ ਧਰੇ। ਤੋ ਮਹਾਰਾਜ ਇਹ ਸਦੂ ਇਹੋ ਜਿਹਾ ਤੁਹਾਡਾ ਧਿਆਨ ਧਾਰਨ ਕਰਦੇ ਹਿਰਦੇ ਦੇ ਵਿੱਚ ਜੀ। ਨਰ ਤੇ ਭਵ ਸਿੰਧ ਨ ਬੀਚ ਪਰੇ। ਜਿਹੜੇ ਮਨੁੱਖ ਐਸੇ ਤੁਹਾਡੇ ਰੂਪ ਦਾ ਧਿਆਨ ਧਰਦੇ ਨੇ, ਉਹ ਮਹਾਰਾਜ ਕਦੇ ਵੀ ਸੰਸਾਰ ਸਮੁੰਦਰ ਵਿੱਚ ਡੁੱਬਦੇ ਨਹੀਂ, ਮੁੜ ਕੇ ਨਹੀਂ ਜਨਮ ਮਰਨ ਵਿੱਚ ਪੈਂਦੇ। ਉਹ ਹੋਏ ਮੋਖ ਕੋ ਬੰਧਨ ਨਾਸ ਕਰੇ। ਉਹਨਾਂ ਦੀ ਮੁਕਤੀ ਹੋ ਜਾਂਦੀ ਆ, ਖੋਟੇ ਬੰਧਨ ਉਹਨਾਂ ਦੇ ਨਾਸ ਹੋ ਜਾਂਦੇ ਹਨ। ਸਭ ਠੌਰ ਤੁਹੀ ਨਿਰਲੇਪ ਰਹੋ। ਤੁਸੀਂ ਮਹਾਰਾਜ ਸਾਰੇ ਥਾਵਾਂ ਤੇ ਪਰ ਨਿਰਲੇਪ ਰਹਿੰਦੇ ਹੋ, ਵਿਆਪਕ ਹੋ। ਨਿਜ ਦਾਸਨ ਕੋ ਅਗਿਆਨ ਦਹੋ। ਆਪਣੇ ਸੇਵਕਾਂ ਦੇ ਅਗਿਆਨ ਨੂੰ ਨਾਸ ਕਰਦੇ ਸਾੜ ਦਿੰਦੇ ਹੋ। ਹਮਰੀ ਤੁਮ ਕੋ ਪਦ ਬੰਦਨ ਹੋ। ਇਹ ਮਹਾਰਾਜ ਸਾਡੀ ਤੁਹਾਡੇ ਚਰਨਾਂ ਤੇ ਨਮਸਕਾਰ ਹੋਵੇ ਜੀ। ਕਨ ਗਿਆਨ ਪਖੰਡ ਨਕੰਦਨ ਹੋ। ਪਖੰਡਾਂ ਨੂੰ ਖੰਡਨ ਕਰਨ ਵਾਲੇ ਹੋ, ਗਿਆਨ ਦੇ ਬੱਦਲ ਰੂਪ ਹੋ ਆਪ ਜੀ। ਚਉਪਈ ਇਸ ਪ੍ਰਕਾਰ ਕਰ ਰੁਚਿਰ ਬਡਾਈ। ਇਉਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੇ ਜੋਗੀਆਂ ਦੇ ਰੂਪ ਵਿੱਚ ਸਾਹਿਬ ਗੁਰੂ ਨਾਨਕ ਸਾਹਿਬ ਦੀ ਵਡਿਆਈ ਕੀਤੀ ਹੈ। ਪੁਨ ਬਰੰਚ ਅਸ ਗਿਰਾ ਅਲਾਈ। ਫੇਰ ਕਹਿੰਦੇ ਨੇ ਬ੍ਰਹਮਾ ਜੀ ਨੇ ਇਉਂ ਬਚਨ ਕੀਤੇ ਹਨ। ਨਿਜ ਤਨ ਅੰਗਦ ਕਰ ਪਲਟਾਇਓ। ਮਹਾਰਾਜ ਤੁਸਾਂ ਨੇ ਆਪਣਾ ਰੂਪ ਜਿਹੜਾ ਗੁਰੂ ਅੰਗਦ ਦੇਵ ਸਾਹਿਬ ਦੇ ਰੂਪ ਵਿੱਚ ਬਦਲ ਲਿਆ ਹੈ। ਕੀਨ ਸਥਾਪਨੀਕ ਮਨ ਭਾਇਓ। ਮਨ ਭਾਉਂਦਾ ਬੜੇ ਸੋਹਣੇ ਤਰੀਕੇ ਨਾਲ ਆਪਣੀ ਜਗ੍ਹਾ ਤੇ ਸਥਾਪਨ ਕਰ ਦਿੱਤਾ ਹੈ। ਸਤ ਨਾਮ ਪ੍ਰਗਟਿਓ ਜਗ ਜਾਪੂ। ਤੇ ਸੰਸਾਰ ਦੇ ਵਿੱਚ ਸੱਚੇ ਪਰਮੇਸ਼ਵਰ ਦੇ ਨਾਮ ਦਾ ਜਾਪ ਪ੍ਰਗਟ ਕੀਤਾ ਹੈ ਤੁਸਾਂ। ਸੱਚਖੰਡ ਗਮਨ ਹੋ ਅਬ ਆਪੂ। ਤੇ ਹੁਣ ਕਿਰਪਾ ਕਰੋ ਮਹਾਰਾਜ, ਸੱਚਖੰਡ ਵਿੱਚ ਆਪ ਗਮਨ ਕਰੋ, ਵਾਪਸ ਤੁਸੀਂ ਚਲੋ ਜੀ ਉੱਥੇ। ਸੁਨ ਕੇ ਬਚ ਸ੍ਰੀ ਨਾਨਕ ਮਾਨੇ। ਮਹਾਰਾਜ ਸਤਿਗੁਰੂ ਨੇ ਬਚਨ ਮੰਨ ਲਏ ਹਨ, ਮਹਾਰਾਜ ਦੀ ਮਰਜ਼ੀ ਇਹੋ ਸੀ। ਨਿਜ ਸਥਾਨ ਸੋ ਤੀਨ ਸਿਧਾਨੇ। ਇਉਂ ਮਹਾਰਾਜ ਨੂੰ ਸੁਨੇਹਾ ਦੇ ਕਰਕੇ ਤਿੰਨੇ ਆਪੋ ਆਪਣੀ ਜਗ੍ਹਾ ਤੇ ਮੁੜ ਗਏ ਹਨ। ਹਟ ਤਬ ਆਏ ਸਧਾਰਨ ਮਿਲੇ। ਆ ਕੇ ਵਾਪਸ ਮਹਾਰਾਜ ਭਾਈ ਸਧਾਰਨ ਜੀ ਨੂੰ ਮਿਲੇ ਹਨ। ਤਿਹ ਕੋ ਠੌਰ ਦਿਖਾਵਨ ਚੱਲੇ। ਹੁਣ ਮਹਾਰਾਜ ਜਗ੍ਹਾ ਦਿਖਾਉਂਦੇ ਹਨ ਭਾਈ ਸਧਾਰਨ ਜੀ ਨੂੰ। ਅਸ਼ਟ ਵਿਗੇ ਕੋ ਏਕ ਕੇਦਾਰਾ। ਇੱਕ ਖੇਤ ਸੀ, ਕਿਆਰਾ ਸੀ ਜਿਹੜਾ 8 ਵਿਗਿਆਂ ਦਾ। ਤਹਾਂ ਠਾਂਡ ਹੋਵੇ ਬਚਨ ਉਚਾਰਾ। ਉੱਥੇ ਖੜੇ ਹੋ ਕੇ ਗੁਰੂ ਸਾਹਿਬ ਨੇ ਬਚਨ ਕੀਤਾ ਭਾਈ ਸਧਾਰਨ ਜੀ ਨੂੰ। ਸੁਨਹੁ ਸਧਾਰਨ ਇਹ ਅਸਥਾਨਾ। ਸਧਾਰਨ ਜੀ ਸੁਣੋ, ਆ ਜਿਹੜਾ ਥਾਂ ਹੈ ਕਾਸ਼ਟ ਹਮਰੇ ਡਾਰ ਹੋ ਆਨਾ। ਸਾਡੇ ਸੰਸਕਾਰ ਵਾਸਤੇ ਇੱਥੇ ਲੱਕੜਾਂ ਲਿਆਣ ਕੇ ਰੱਖ ਦਿਓ। ਜੇ ਕੋ ਬਰਜਹ ਕਹਿ ਥਲ ਔਰੀ। ਤੋ ਜੇ ਕੋਈ ਤੁਹਾਨੂੰ ਰੋਕੇ ਇਸ ਥਾਂ ਤੋਂ ਤੇ ਹੋਰ ਥਾਂ ਤੇ ਤੁਸੀਂ ਰੱਖੋ। ਨਹਿ ਮਾਨਹੁ ਆਨਹੁ ਇਸ ਠੌਰੀ। ਕਿਸੇ ਦੀ ਗੱਲ ਨਹੀਂ ਮੰਨਣੀ, ਇੱਥੇ ਹੀ ਲਿਆਉਣੀਆਂ ਨੇ ਲੱਕੜੀਆਂ। ਨਿੱਕੀ ਵਿਦ ਸਮਝਾਇਓ ਤਾਹੀ। ਸੋਹਣੇ ਤਰੀਕੇ ਦੇ ਨਾਲ ਗੁਰਸਿੱਖ ਸੇਵਕ ਨੂੰ ਸਮਝਾ ਦਿੱਤਾ ਹੈ। ਆਏ ਪਰਵੇਸੇ ਪੁੰਨ ਪੁਰ ਮਾਹੀ। ਫਿਰ ਮੇਰੇ ਸਤਿਗੁਰੂ ਜੀ ਪੂਰੀ ਵਿੱਚ ਆਣ ਕਰਤਾਰਪੁਰ ਸਾਹਿਬ ਵਿੱਚ ਪ੍ਰਵੇਸ਼ ਕੀਤਾ ਹੈ। ਚਲ ਦਲ ਤਰੇ ਬਿਰਾਜੇ ਆਈ। ਫਿਰ ਪਿੱਪਲ ਦੇ ਥੱਲੇ ਆਣ ਕੇ ਬੈਠ ਗਏ ਹਨ। ਸਰਬ ਸਿੱਖ ਤਹ ਦਰਸ ਕਰਾਈ। ਸਾਰੇ
ਦੇ ਸਿੱਖ ਸੇਵਕ ਮਹਾਰਾਜ ਦਾ ਦਰਸ਼ਨ ਕਰਦੇ ਹਨ। ਦੋਹਰਾ ਚਤੁਰ ਚਾਦਰੇ ਰੁਚਰ ਗੁਰ, ਸਤਿਗੁਰੂ ਪਾਤਸ਼ਾਹ ਦੀ 4 ਚਾਦਰੇ ਰੱਖਦੇ ਸਨ ਸੋਹਣੇ, ਰਾਖਤ ਆਪਣੇ ਪਾਸ। ਆਪਣੇ ਕੋਲ ਰੱਖਿਆ ਕਰਦੇ ਸਨ। ਬਿਮਲ ਜੁਗਲ ਕੋ ਕਰ ਭਲੇ ਧਰੇ, ਤੋ ਮੇਰੇ ਸਤਿਗੁਰੂ ਪਾਤਸ਼ਾਹ ਜੀ 2 ਚਾਦਰੇ ਸੋਹਣੇ ਧੋ ਕੇ ਕੋਲ ਰੱਖਿਆ ਕਰਦੇ। ਸੋ ਰਹਿ ਆਵਾਸ। ਉਹ ਤਾਂ ਚਾਦਰੇ ਸਾਫ਼ ਕਰਕੇ ਘਰ ਵਿੱਚ ਰੱਖੇ ਹੁੰਦੇ। ਚਉਪਈ ਦਵੈ ਸਰੀਰ ਪਰ ਪਹਿਰੇ ਦਿਆਲਾ, ਦਿਆਲੂ ਸਦ 2 ਚਾਦਰੇ ਸਰੀਰ ਤੇ ਪਹਿਰਿਆ ਕਰਦੇ ਸਨ। ਜਿਨ ਕੇ ਨਾਮ ਟੁੱਟੇ ਜਮ ਜਾਲਾ, ਜਿਹਨਾਂ ਦਾ ਨਾਮ ਨਾਲ ਲੈਣ ਦੇ ਨਾਲ ਜਮ ਦਾ ਜਾਲ ਜਿਹੜਾ ਟੁੱਟ ਜਾਂਦਾ ਹੈ, ਮੌਤ। ਤਿਹ ਛਿਨ ਭਨਿਓ ਸਧਾਰਨ ਤਾਈ, ਸਧਾਰਨ ਜੀ ਨੂੰ ਇਸ ਤਰੀਕੇ ਨਾਲ ਬਚਨ ਕੀਤਾ ਗੁਰੂ ਨਾਨਕ ਸਾਹਿਬ ਨੇ। ਬਸਤਰ ਪਖਾਰੋ ਜਲ ਮਹਿ ਜਾਈ, ਕਹਿਣ ਲੱਗੇ ਵੀ ਇਦਾਂ ਕਰੋ, ਆ ਸਾਡੇ ਬਸਤਰ ਜਿਹੜੇ ਹੁਣ ਜਾ ਕੇ ਜਲ ਦੇ ਵਿੱਚ ਧੋ ਲਿਆਓ। ਸੁਨ ਰਜਾਇ ਲੈ ਪਟ ਸੰਗ ਹੱਥ, ਉਹ ਕਹਿੰਦੇ ਇਸ ਪ੍ਰਕਾਰ ਬਸਤਰ ਲਏ ਹਨ ਹੱਥਾਂ ਦੇ ਨਾਲ ਭਾਈ ਸਧਾਰਨ ਜੀ ਨੇ। ਬਾਹਰ ਪਖਾਰੇ ਜਲ ਕੇ ਸਾਥਾ, ਬਾਹਰ ਜਾ ਕੇ ਖੁੱਲੇ ਜਲ ਦੇ ਵਿੱਚ ਇਸ ਪ੍ਰਕਾਰ ਧੋ ਕੇ ਲਿਆਂਦੇ ਹਨ। ਨੀਕੇ ਬਿਮਲ ਪ੍ਰੇਮ ਉਰ ਧਾਰੇ, ਬੜਾ ਪ੍ਰੇਮ ਧਾਰ ਕੇ ਉਜਲ ਸਾਫ਼ ਕੀਤੇ ਹਨ ਬਸਤਰ। ਆਤਪ ਸੰਗ ਸੁਕਾਏ ਸਵਾਰੇ, ਧੁੱਪ ਦੇ ਵਿੱਚ ਸੋਹਣੇ ਤਰੀਕੇ ਨਾਲ ਸੁਕਾ ਕਰਕੇ ਸਵਾਰ ਲਏ ਹਨ। ਲੈ ਕਰ ਆਇਓ ਜਬੇ ਸਮੀਪਾ, ਜਦੋਂ ਸਤਿਗੁਰਾਂ ਦੇ ਪਾਸ ਲੈ ਕੇ ਆਇਆ ਹੈ ਤਾਂ ਪਿਖ ਬੋਲੇ ਬੇਦੀ ਕੁਲ ਦੀਪਾ, ਬੇਦੀ ਕੁਲ ਦੇ ਪ੍ਰਕਾਸ਼ ਗੁਰੂ ਨਾਨਕ ਸਾਹਿਬ ਜੀ ਬੋਲੇ ਦੇਖ ਕੇ ਕਹਿੰਦੇ ਹਨ, ਇਨ ਕੋ ਰਾਖੋ ਅੰਤਰ ਠੌਰੀ, ਇਸ ਨੂੰ ਅੰਦਰ, ਕਹਿੰਦੇ ਅੰਦਰ ਵਾਲੇ ਥਾਂ ਟਿਕਾਣੇ ਤੇ ਰੱਖ ਦਿਓ। ਸਰਬ ਸਦਨ ਕੋ ਲਿੰਬ ਬਹੋਰੀ, ਏਦਾਂ ਕਰੋ ਸਾਰਾ ਘਰ ਜਿਹੜਾ ਨਾ ਲਿੰਬ ਪੋਚ ਕਰਕੇ ਸੁੱਚਾ ਕਰ ਦਿਓ। ਉਪਰ ਤਰੇ ਸਵਸ ਕੋ ਕਰੀਏ, ਥੱਲਿਓਂ ਉੱਪਰੋਂ ਚੰਗੀ ਤਰ੍ਹਾਂ ਨਾਲ ਸ਼ੁੱਧ ਕਰ ਦਿਓ, ਘਰ ਨੂੰ ਸਫਾਈ ਕਰੋ। ਦਿਨ ਰਹਿ ਥੋਰ ਬਿਮਲ ਪਰ ਹਰੀਏ, ਇਸ ਪ੍ਰਕਾਰ ਬਿਲਮ ਦੇਰ ਛੱਡ ਦਿਓ ਤੇ ਇਸ ਪਰ ਥੋੜਾ ਦਿਨ ਰਹਿੰਦਾ ਸਫਾਈ ਕਰ ਦਿਓ ਛੇਤੀ। ਸੁਨ ਆਇਸ ਗਮਨਿਓ ਤਿਹ ਥਾਈ, ਭਾਈ ਸਧਾਰਨ ਜੀ ਝਟ ਉੱਥੇ ਪਹੁੰਚੇ ਜਿੱਥੇ ਗੁਰੂ ਦਾ ਹੁਕਮ ਸੀ। ਨਿਸ ਮਹਿ ਟਿਕਹੀ ਜਹਾਂ ਗੁਸਾਈ, ਰਾਤ ਨੂੰ ਜਿੱਥੇ ਮੇਰੇ ਸਾਨੂੰ ਵਿਸ਼ਰਾਮ ਕਰਦੇ ਸਨ। ਅਦਕ ਪ੍ਰੀਤ ਉਰ ਬਹੁ ਕਰ ਦੀਨਾ, ਬੜੇ ਪ੍ਰੇਮ ਦੇ ਸਹਿਤ ਬਹੁ ਕਰ ਝਾੜੂ ਫੇਰਿਆ ਹੈ। ਸਰਬ ਸਦਨ ਪੁਨ ਲੀਪਨ ਕੀਨਾ, ਸਾਰਾ ਘਰ ਫਿਰ ਲਿਪਿਆ ਹੈ, ਪੋਚਾ ਫੇਰਿਆ। ਊਰਦ ਤਰੇ ਸਵਸ ਕਰ ਸਾਰੇ, ਉੱਪਰੋਂ ਥੱਲਿਓਂ ਸਾਰਾ ਚੰਗੀ ਤਰ੍ਹਾਂ ਸਾਫ਼ ਸ਼ੁੱਧ ਕੀਤਾ ਹੈ। ਗਇਓ ਬਹੁਰ ਜਹ ਮੋਖ ਉਦਾਰੇ, ਤੇ ਜਿੱਥੇ ਮੁਕਤੀ ਦੇ ਦਾਤੇ ਗੁਰੂ ਨਾਨਕ ਸਾਹਿਬ ਬੈਠੇ ਸੋ ਉੱਥੇ ਗਿਆ ਹੈ ਭਾਈ ਸਾਹਿਬ। ਹਾਥ ਜੋੜ ਕੇ ਬਚਨ ਬਖਾਨਾ, ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰਾਂ ਨੂੰ। ਘਰ ਬਲੋਕ ਲਿਹੋ ਕਿਰਪਾ ਨਿਧਾਨਾ, ਇਹ ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਸਫਾਈ ਕਰ ਦਿੱਤੀ, ਤੁਸੀਂ ਹੁਣ ਵੇਖ ਲਓ ਮਹਾਰਾਜ ਘਰ ਨੂੰ। ਹੋਵੈ ਜੇ ਨੂਨਤਾ ਤਿਹ ਮਹਿ ਕਹਿਵਾ, ਜੇ ਕਿਤੇ ਮਹਾਰਾਜ ਕੋਈ ਨਿਊਨਤਾਈ ਹੈ, ਊਣਤਾਈ ਤੇ ਸਾਨੂੰ ਦੱਸ ਦਿਓ, ਉਹ ਅਸੀਂ ਪੂਰੀ ਕਰ ਦਈਏ। ਦੇਹੋ ਬਤਾਏ ਸੁਧਾਰੋ ਤਹਿਵਾ, ਤੇ ਮਹਾਰਾਜ ਮੈਨੂੰ ਦੱਸ ਦਿਓ, ਮੈਂ ਉਸ ਨੂੰ ਚੰਗੀ ਤਰ੍ਹਾਂ ਸੁਧਾਰ ਲਵਾਂ। ਸੁਨ ਕਰ ਉਠੇ ਕਿਰਪਾਲ ਬਿਸਾਲਾ, ਕਿਰਪਾਲੂ ਸਤਿਗੁਰੂ ਮਹਾਰਾਜ ਸੁਣ ਕੇ ਉੱਠੇ ਹਨ ਦੇਖਣ ਵਾਸਤੇ ਘਰ ਨੂੰ। ਰੁਚਿਰ ਬਨਾਈ ਪਿਖ ਧਰਮਸਾਲਾ, ਦੇਖਿਆ ਕਿ ਧਰਮਸਾਲ ਬਹੁਤ ਸੋਹਣੀ ਬਣਾ ਦਿੱਤੀ ਹੈ ਸਾਫ ਸਫਾਈ ਕਰਕੇ। ਖੁਸ਼ੀ ਸਧਾਰਨ ਪਰ ਬਹੁ ਕਰਕੇ, ਭਾਈ ਸਧਾਰਨ ਜੀ ਦੇ ਉੱਤੇ ਬੜੀ ਖੁਸ਼ੀ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਆਤਮ ਗਿਆਨ ਦੀਨ ਭ੍ਰਮ ਹਰ ਕੈ, ਬ੍ਰਹਮ ਗਿਆਨ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤਾ, ਭਰਮ ਸਾਰਾ ਦੂਰ ਕਰ ਦਿੱਤਾ ਭਾਈ ਸਧਾਰਨ ਜੀ ਦਾ। ਆਏ ਪੁਨ ਚਲ ਦਲ ਕੀ ਛਾਈ, ਫਿਰ ਮਹਾਰਾਜ ਪਿੱਪਲ ਦੀ ਛਾਂ ਦੇ ਥੱਲੇ ਫਿਰ ਆ ਗਏ ਹਨ। ਬੈਠੇ ਸਿੱਖਨ ਸਭਾ ਸੁਹਾਈ, ਸਿੱਖਾਂ ਦੇ ਵਿੱਚ ਬੈਠੇ ਸੰਗਤ ਗੁਰੂ ਦੀ ਸ਼ੋਭਾ ਪਾਰੀ ਗੁਰੂ ਨਾਨਕ ਸਾਹਿਬ ਦੀ। ਹੋਤ ਕੀਰਤਨ ਨਾਮ ਪ੍ਰਤਾਪਾ, ਮੇਰੇ ਸਤਿਗੁਰੂ ਦੇ ਹਜ਼ੂਰੀ ਵਿੱਚ ਕੀਰਤਨ ਹੁੰਦਾ ਹੈ, ਨਾਮ ਦਾ ਪ੍ਰਤਾਪ ਵਰਤਦਾ ਹੈ। ਜਿਹ ਸੁਨ ਮਿਟਹੀ ਤੀਨੋ ਤਾਪਾ, ਜਿਸ ਨੂੰ ਸੁਣ ਕਰਕੇ ਤਿੰਨੇ ਹੀ ਤਾਪ ਜੀਵਾਂ ਦੇ ਮਿਟ ਜਾਂਦੇ, ਆਦਿ ਵਿਆਧੀ ਉਪਾਧੀ ਤਾਪ ਜਿਹੜੇ ਹਨ। ਦੋਹਰਾ ਨਿਤ ਪ੍ਰਤ ਜਿਵ ਵਿਵਹਾਰ ਹੈ, ਜਿਸ ਤਰ੍ਹਾਂ ਨਿਤ ਨੇਮ ਦਾ ਵਿਹਾਰ ਹੈ ਮਹਾਰਾਜ ਦਾ, ਤੈਸੇ ਚੱਲਿਓ ਸੋ ਜਾਏ, ਉਸੇ ਤਰ੍ਹਾਂ ਹੀ ਚਲੀ ਜਾਂਦਾ ਹੈ। ਸਵਾ ਜਾਮ ਨਿਸ ਰਹੇ ਤੇ, ਸਵਾ ਪਹਿਰ ਜਦੋਂ ਰਾਤ ਰਹਿ ਜਾਂਦੀ ਅੰਮ੍ਰਿਤ ਵੇਲੇ, ਬੈਠੇ ਸ੍ਰੀ ਗੁਰ ਨਹਾਏ, ਮੇਰੇ ਸਤਿਗੁਰੂ ਇਸ਼ਨਾਨ ਕਰਕੇ ਸਵਾ ਪਹਿਰ ਦੇ ਤੜਕੇ ਬੈਠ ਜਾਂਦੇ ਨੇ ਸਿਮਰਨ ਵਿੱਚ। ਚਉਪਈ ਤਬ ਤੇ ਹੋਤ ਕੀਰਤਨ ਭਾਰੀ, ਜਦੋਂ ਗੁਰੂ ਸਾਹਿਬ ਸੋਭਨੀਕ ਹੁੰਦੇ ਉਦੋਂ ਗੁਰੂ ਦੀ ਹਜ਼ੂਰੀ ਵਿੱਚ ਕੀਰਤਨ ਹੋਣਾ ਸ਼ੁਰੂ ਹੋ ਜਾਂਦਾ ਹੈ। ਮ੍ਰਿਦਲ ਮਧੁਰ ਧੁਨ ਰਾਗ ਮਝਾਰੀ, ਸੋਹਣਾ ਰਾਗਾਂ ਵਿੱਚ ਮਿੱਠੀ ਧੁਨ ਵਿੱਚ ਬੜਾ ਸੁੰਦਰ ਬਾਣੀ ਦਾ ਕੀਰਤਨ ਹੁੰਦਾ ਹੈ। ਪੁਨ ਜਪ ਤਪ ਹੋਵੇ ਗਿਆਨ ਸੋ ਧਿਆਨਾ, ਫਿਰ ਜਪ ਤਪ ਹੁੰਦਾ ਹੈ, ਗਿਆਨ ਧਿਆਨ ਲਾਉਣਾ ਹੈ, ਪਰਮੇਸ਼ਵਰ ਦਾ ਗਿਆਨ ਇਹਦਾ ਇਸ ਪਰ ਵਿਖਿਆਨ ਹੁੰਦਾ ਹੈ। ਬੈਠੇ ਸਿੱਖ ਕਰਹਿ ਭਲ ਗਾਨਾ,
ਤੋ ਸੋਹਣੇ ਤਰੀਕੇ ਨਾਲ ਗਾਉਂਦੇ ਹਨ, ਵਿਚਾਰਾਂ ਕਰਦੇ ਗੁਰੂ ਚਰਨਾਂ ਵਿੱਚ। ਬਾਦਤ ਤਾਰ ਬਜਾਵਹਿ ਪਾਨਾ, ਇਸ ਪ੍ਰਕਾਰ ਬਾਜੇ ਵਜਾਉਣ ਵਾਲੇ ਕਹਿੰਦੇ ਬਾਜਿਆਂ ਨੂੰ ਹੱਥਾਂ ਨਾਲ ਤਾਨਾ ਲਾ ਲਾ ਕੇ ਵਜਾਉਂਦੇ ਨੇ। ਹੋਵੈ ਆਨੰਦ ਉਤਸਵ ਬਿਦ ਨਾਨਾ, ਬੜਾ ਭਾਰੀ ਆਨੰਦ, ਬੜਾ ਉਤਸ਼ਾਹ ਹੁੰਦਾ ਹੈ ਨਾਨਾ ਤਰੀਕਿਆਂ ਦੇ ਨਾਲ। ਏਕ ਓੰਕਾਰ ਪ੍ਰੀਤ ਰਸ ਪਾਗੇ, ਏਕ ਓੰਕਾਰ ਦੀ ਪ੍ਰੇਮ ਰਸ ਪ੍ਰੀਤ ਦੇ ਵਿੱਚ ਕਹਿੰਦੇ ਸਾਰੇ ਜੁੜੇ ਹੁੰਦੇ, ਰੰਗੇ ਹੁੰਦੇ ਹਨ। ਨਿਸ ਬਾਸੁਰ ਹਿਰਦੇ ਅਨਰਾਗੇ, ਦਿਨੇ ਰਾਤ ਸਦ ਇਸ ਵਾਸਤੇ ਸੋ ਪ੍ਰੇਮੀ ਹੋ ਕਰਕੇ ਐਸੇ ਆਨੰਦ ਵਿੱਚ ਮਗਨ ਹਨ। ਦਰਸ਼ਨ ਕਰਹਿ ਮਲਨਤਾ ਭਾਗੀ, ਸਤਿਗੁਰੂ ਪਾਤਸ਼ਾਹ ਦਾ ਦਰਸ਼ਨ ਕਰਕੇ ਮਨ ਦੀ ਮੈਲ ਜਿਹੜੀ ਉਹ ਤਾਂ ਦੂਰ ਭੱਜ ਗਈ ਆ। ਨੌ ਦਾ ਭਗਤ ਹਿਰਦੇ ਅਤ ਜਾਗੀ, ਸਭਨਾਂ ਦੇ ਹਿਰਦੇ ਵਿੱਚ 9 ਪ੍ਰਕਾਰ ਦੀ ਭਗਤੀ ਜਾਗੀ ਹੈ। ਸੋ ਕਥਾ ਕੀਰਤਨ ਕਰਨਾ, ਸੁਣਨਾ, ਨਿਤਨੇਮ ਕਰਨਾ 9 ਪ੍ਰਕਾਰ ਦੀ ਭਗਤੀ ਹੈ ਇਹ। ਏਕ ਰੰਗ ਮਹਿ ਰੰਗੇ ਸਭ ਹੀ, ਇੱਕੋ ਨਾਮ ਦੇ ਰੰਗ ਵਿੱਚ, ਸਤਸੰਗ ਦੇ ਆਨੰਦ ਵਿੱਚ ਰੰਗੇ ਨੇ ਸਭ ਜਿੰਨੀਆਂ ਸੰਗਤਾਂ ਹਨ। ਦਵੈਤ ਭਾਵ ਉਰਿਆਏ ਨ ਕਬ ਹੀ, ਕਿਸੇ ਦੇ ਮਨ ਵਿੱਚ ਕੋਈ ਦ્વੈਤ ਦੁਬਦਾ ਵਾਲਾ ਭਾਵ ਨਹੀਂ ਆਉਂਦਾ, ਸਿਰਫ ਇੱਕੋ ਇੱਕ ਪਰਮੇਸ਼ਵਰ ਦੇ ਨਾਮ ਦੇ ਸਿਮਰਨ ਵਿੱਚ ਜੁੜੇ ਹਨ। ਭਏ ਬ੍ਰਿਖ ਜਿਉ ਸਿੱਖ ਉਪਕਾਰੀ, ਜਿਸ ਤਰੀਕੇ ਦੇ ਨਾਲ ਬ੍ਰਿਛ ਫਲਦਾਰ ਰੁੱਖ ਜਿਹੜੇ ਪਰਉਪਕਾਰੀ ਹੈ, ਇਸ ਤਰ੍ਹਾਂ ਗੁਰੂ ਦੇ ਸਿੱਖ ਪਰਉਪਕਾਰੀ ਬਣ ਗਏ ਹਨ। ਮੀਨ ਨੀਰ ਜਿਉ ਪ੍ਰੀਤ ਆਧਾਰੀ, ਜਿਸ ਤਰੀਕੇ ਨਾਲ ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ, ਇਉਂ ਗੁਰਸਿੱਖਾਂ ਦੀ ਪ੍ਰੀਤ ਬਣੀ ਹੋਈ ਹੈ। ਨਾਮ ਜਪਤ ਚਾਤਰਕ ਕੀ ਭਾਂਤੀ, ਇਹ ਨਾਮ ਇਉਂ ਜਪਦੇ ਨੇ ਜਿਵੇਂ ਪਿਆਸਾ ਬਬੀਹਾ ਪ੍ਰੇਉ ਰਟਦਾ ਹੈ। ਲੇਖਾ ਬਨਕ ਗਿਆਨ ਦਿਨ ਰਾਤੀ, ਤੇ ਇਸ ਪ੍ਰਕਾਰ ਦਿਨੇ ਰਾਤ ਜਿਵੇਂ ਬਾਣੀਆਂ ਹਿਸਾਬ ਵਿੱਚ ਲੱਗਾ ਰਹਿੰਦਾ ਹੈ, ਤਿਵੇਂ ਗੁਰਸਿੱਖ ਗਿਆਨ ਵਿੱਚ ਤੇ ਸਿਮਰਨ ਵਿੱਚ ਜੁੜੇ ਰਹਿੰਦੇ ਹਨ। ਪੁਰ ਮਹਿ ਧਿਆਨ ਚਕੋਰ ਹੈ ਚੰਦੂ, ਤੇ ਧਿਆਨ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਚਕੋਰ ਚੰਦਰਮਾ ਵਿੱਚ ਧਿਆਨ ਜੋੜਦੀ, ਇਵੇਂ ਗੁਰੂ ਵਿੱਚ ਧਿਆਨ ਜੋੜਦੇ ਹਨ। ਲੋਚਨ ਅਲ ਗੁਰ ਪਦ ਅਰਬਿੰਦੂ, ਤੇ ਮੇਰੇ ਸਤਿਗੁਰੂ ਚਰਨ ਕਮਲਾਂ ਦੇ ਉੱਪਰ ਆਪਣੇ ਨੇਤਰਾਂ ਨੂੰ ਭੌਰੇ ਬਣਾ ਕਰਕੇ ਦਰਸ਼ਨ ਕਰਦੇ ਹਨ। ਸਵਛ ਹਿਰਦੇ ਜਿਉ ਗੰਗਾ ਨੀਰੂ, ਜਿਵੇਂ ਇਸ ਪ੍ਰਕਾਰ ਗੰਗਾ ਦਾ ਜਲ ਅੰਮ੍ਰਿਤ ਸ਼ੁੱਧ ਮੰਨਿਆ, ਇਉਂ ਹਿਰਦੇ ਹਨ ਗੁਰਸਿੱਖਾਂ ਦੇ। ਹਰਤ ਸਹੋਦਰ ਜਿਉ ਪਰ ਪੀਰੂ, ਜਿਸ ਤਰ੍ਹਾਂ ਕਿਤੇ ਪਰਾਈ ਕੋਈ ਪੀੜਾ ਹੋਏ ਤੇ ਸਕਾ ਭਰਾ ਜਿਵੇਂ ਮਦਦ ਕਰਦਾ ਨਾ, ਗੁਰਸਿੱਖ ਇਉਂ ਇੱਕ ਦੂਸਰੇ ਦੀ ਮਦਦ ਕਰਦੇ, ਪਰਉਪਕਾਰ ਕਰਦੇ ਹਨ। ਰਾਗ ਕਰਤ ਪੁਲਕਤ ਤਨ ਐਸੇ, ਜਿਸ ਵੇਲੇ ਗੁਰਸਿੱਖ ਰਾਗੀ ਰਾਗ ਕਰਦੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਕਹਿੰਦੇ ਨੇ ਭਾਈ ਰਾਗ ਕਰਨ ਵਾਲੇ ਸੁਣਨ ਵਾਲੇ ਦੀ ਪੁਲਕਾਵਲੀ ਖੜੀ ਹੋਈ, ਰੌਂਗਟੇ ਖੜੇ ਹੋ ਜਾਂਦੇ ਨੇ, ਇਹੋ ਜਿਹੀ ਅਚਰਜ ਅਵਸਥਾ ਵਰਤਦੀ ਹੈ। ਪਰਮਾਨੰਦ ਮਹਿ ਜੋਗੀ ਜੈਸੇ, ਜਿਸ ਤਰ੍ਹਾਂ ਪਰਮ ਆਨੰਦ ਦੇ ਵਿੱਚ ਜੋਗੀ ਲੋਕ ਜੁੜਦੇ, ਇਉਂ ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ, ਗੁਰੂ ਚਰਨਾਂ ਵਿੱਚ ਜੁੜ ਕੇ ਇਹੋ ਜਿਹੀ ਅਵਸਥਾ ਦੇ ਮਾਲਕ ਬਣ ਜਾਂਦੇ ਹਨ। ਸੇਵਾ ਕਰਹਿ ਧਰਹਿ ਉਰ ਭਾਉ, ਤੇ ਹਿਰਦੇ 'ਚ ਪ੍ਰੇਮ ਧਾਰਦੇ ਨੇ, ਸੇਵਾ ਕਰਦੇ ਸਤਿਗੁਰੂ ਮਹਾਰਾਜ ਦੀ ਗੁਰਸਿੱਖ। ਪਾਏ ਪਰਮ ਪਦ ਪ੍ਰਭੂ ਪਸਾਉ, ਤੋ ਮੇਰੇ ਸਤਿਗੁਰੂ ਜੀ ਦੀ ਪਸਾਉ ਦਾਤ ਨੂੰ ਪ੍ਰਾਪਤ ਖੁਸ਼ੀ ਲੈ ਕਰਕੇ ਪਰਮ ਪਦਵੀ ਨੂੰ ਪ੍ਰਾਪਤ ਕਰਦੇ ਹਨ। ਦੋਹਰਾ ਤਿਨ ਕੀ ਮਹਿਮਾ ਕਿਆ ਕਰੂੰ, ਉਹ ਕਵੀ ਜੀ ਕਹਿੰਦੇ ਮੈਂ ਉਹਨਾਂ ਦੀ ਕੀ ਮਹਿਮਾ ਬਿਆਨ ਕਰਕੇ ਦੱਸਾਂ ਤੁਹਾਨੂੰ। ਜੋ ਸਿੱਖ ਗੁਰੂ ਹਦੂਰ, ਜਿਹੜੇ ਮੇਰੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਸਿੱਖ ਵਸਦੇ ਹਨ। ਮਮ ਮਤ ਮਸਕ ਸਮਾਨ ਹੈ, ਕਹਿੰਦੇ ਮੇਰੀ ਮਤ ਜਿਹੜੀ ਅਕਲ ਹੈ ਉਹ ਤਾਂ ਇੱਕ ਮੱਛਰਕ ਜਿੰਨੀ ਹੈ। ਕਸ ਚਾਵਹਿ ਗਿਰ ਭੂਰ, ਭਾਰੀ ਪਹਾੜ ਨੂੰ ਕਿਵੇਂ ਚੱਕ ਲਵੇ, ਗੁਰਸਿੱਖਾਂ ਦੀ ਭਾਰੀ ਪਹਾੜ ਵਰਗੀ ਮਹਿਮਾ ਹੈ, ਤੇ ਮੇਰੀ ਕਹਿੰਦੇ ਮੱਛਰਕ ਜਿੰਨੀ ਇਸ ਪ੍ਰਕਾਰ ਮਤ ਹੈ। ਚਉਪਈ ਤ੍ਰਿਸ਼ਨਾ ਆਸਾ ਨਾਸੀ ਐਸੀ, ਤੇ ਤ੍ਰਿਸ਼ਨਾ ਹੈ ਬਨਾਂ ਦੇ ਵਿੱਚ, ਆਸਾ ਆਦਿਕ ਮਨਾਂ ਵਿੱਚ ਇਉਂ ਨਾਸ ਹੋ ਗਈ ਗੁਰਸਿੱਖਾਂ ਦੇ। ਬੈਨ ਤੀਏ ਹਨ ਉਰਗਨ ਜੈਸੇ, ਜਿਸ ਤਰ੍ਹਾਂ ਜਿਹੜਾ ਗਰੜ ਹੈ ਜਿਵੇਂ ਸੱਪਾਂ ਨੂੰ ਮਾਰ ਦਿੰਦਾ ਹੈ। ਕਾਮ ਕ੍ਰੋਧ ਲੋਭ ਹੰਕਾਰ, ਕਾਮ ਕ੍ਰੋਧ ਲੋਭ ਅਹੰਕਾਰ ਜਿਹੜੇ ਵਿਕਾਰ ਹਨ ਪੰਜੇ। ਸਹਿਤ ਅਵਿਦਿਆ ਮੋਹ ਨਿਰਪਾਰ, ਤੋ ਜਿਹੜਾ ਮੋਹ ਰੂਪ ਰਾਜਾ ਹੈ ਅਵਿਦਿਆ ਦੇ ਸਮੇਤ ਸਾਰੀ ਆਸਰੀ ਸੰਪਦਾ। ਹਿੰਸਾ ਕੂਰ ਪਿਸਨਤਾ ਨਿੰਦਾ, ਜਿਹੜੀ ਹਿੰਸਾ ਜੀਵ ਹੱਤਿਆ ਕਰਨੀ ਹੈ, ਚੁਗਲੀ ਕਰਨੀ ਹੈ, ਨਿੰਦਿਆ ਕਿਸੇ ਦੀ ਕਰਨੀ ਹੈ, ਜੋ ਸਿੱਖੀ ਮਗ ਪਿਖਿਨ ਕੋ ਚਿੰਦਾ, ਉਹ ਕਹਿੰਦੇ ਜਦੋਂ ਸਿੱਖੀ ਦਾ ਮਾਰਗ ਦੇਖ ਲਿਆ ਤੇ ਇਹਨਾਂ ਔਗਣਾਂ ਨੂੰ ਚਿੰਤਾ ਹੋ ਗਈ ਆ, ਸਿੱਖਾਂ ਦੇ ਲਾਗੇ ਨਹੀਂ ਜਾ ਸਕਦੇ। ਕੇਹਰ ਗਰਜਨ ਤੇ ਜਿਉ ਕਰੀ, ਜਿਸ ਤਰੀਕੇ ਨਾਲ ਹਾਥੀ ਜਿਹਨੇ ਡਰਦੇ ਨਾ, ਜਿਵੇਂ ਸ਼ੇਰ ਜਦੋਂ ਗੱਜਦਾ ਬੱਬਰ ਸ਼ੇਰ ਗੱਜਦਾ ਜਦੋਂ ਤੇ ਹਾਥੀ ਡਰ ਕੇ ਭੱਜਦੇ ਹਨ, ਜਿੱਦਾਂ ਇਉਂ ਸਾਰੇ ਔਗਣ ਭੱਜ ਜਾਂਦੇ ਨੇ ਸਤਿਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ। ਜਿਸ ਵੇਲੇ ਜਸ ਸੁਣਦੇ ਮਹਾਰਾਜ ਦਾ, ਹੋਏ ਪੁੰਜ ਤਦਪ
ਖਰ ਭਰੀ। ਇਸ ਪ੍ਰਕਾਰ ਭਾਵੇਂ ਕਿੰਨਾ ਵੀ ਝੁੰਡ ਜੁੜਿਆ ਹਾਥੀਆਂ ਦਾ ਖਲਬੜੀ ਮੱਚ ਜਾਂਦੀ ਹੈ, ਸ਼ੇਰ ਗੱਜਦਾ ਹੈ। ਗੁਰ ਪ੍ਰਤਾਪ ਪਿਖ ਕਰ ਕਲ ਕਾਲਾ। ਕਲਯੁਗ ਦੇ ਸਮੇਂ ਵਿੱਚ ਧੰਨ ਗੁਰੂ ਨਾਨਕ ਸਾਹਿਬ ਦਾ ਪ੍ਰਤਾਪ ਦੇਖ ਕੇ ਦੁਰਬਲ ਹੋਏ ਨਿਰਬਲ ਹੈ ਬਿਹਾਲਾ। ਉਹ ਕਹਿੰਦੇ ਨੇ ਇਹ ਜਿਹੜੇ ਔਗਣ ਸਨ ਨਾ, ਨਿੰਦਿਆ ਚੁਗਲੀ ਆਏ, ਦੁਰਬਲ ਕਮਜ਼ੋਰ ਹੋ ਗਏ, ਬੇਹਾਲ ਹੋ ਗਏ ਹਨ, ਗੁਰਸਿੱਖਾਂ ਦੇ ਨੇੜੇ ਨਹੀਂ ਜਾਂਦੇ ਹਨ। ਗਿਆਨ ਵਿਰੋਧੀ ਜੇ ਜਗ ਮਾਹੀ। ਜਿਹੜੇ ਪਰਮੇਸ਼ਵਰ ਦੇ ਗਿਆਨ ਦੇ ਵਿਰੋਧੀ ਜੋ ਔਗਣ ਹਨ, ਸਭ ਹਿਨ ਕੋ ਚਿੰਤਾ ਅਵਗਾਹੀ। ਸਾਰਿਆਂ ਨੂੰ ਚਿੰਤਾ ਨੇ ਦਬਾ ਲਿਆ ਵੀ ਹੁਣ ਕੀ ਕਰਾਂਗੇ। ਗੁਰੂ ਨਾਨਕ ਸਾਹਿਬ ਨੇ ਸਾਰੇ ਸਿੱਖ ਬਣਾਤੇ, ਸਿਮਰਨ ਲਾ ਦਿੱਤੇ ਨੇ, ਹੁਣ ਔਗਣ ਕਿੱਧਰ ਨੂੰ ਜਾਣਗੇ। ਦੋਹਰਾ ਸ੍ਰੀ ਨਾਨਕ ਦਰਸ਼ਨ ਉਦਦ। ਧੰਨ ਮੇਰੇ ਸਤਿਗੁਰੂ ਪਾਤਸ਼ਾਹ ਦਾ ਦਰਸ਼ਨ ਸਮੁੰਦਰ ਵਰਗਾ ਹੈ। ਭਗਤ ਤਰੰਗ ਗੰਭੀਰ। ਜਿਹਦੇ ਵਿੱਚ ਵੱਡੀਆਂ ਵੱਡੀਆਂ ਭਗਤੀ ਦੀਆਂ ਲਹਿਰਾਂ ਉੱਠਦੀਆਂ ਹਨ। ਗਿਆਨ ਇੰਦ ਪ੍ਰਦ ਰਿੱਧ ਬਿਖੈ। ਹਿਰਦੇ ਵਿੱਚ ਗਿਆਨ ਦਾ ਚੰਦਰਮਾ ਚੜ੍ਹਦਾ ਵਿਰਾਗਦਾ। ਕਾਮ ਮੋਹ ਗਤ ਪੀਰ। ਮੋਹ ਜਿਹੜਾ ਹੈ ਉਸ ਦਾ ਇਸ ਪ੍ਰਕਾਰ, ਕਾਮ ਗਰਮੀ ਜਿਹੜੀ ਹੈ ਪੀਰ ਦੁੱਖ ਗਰਮੀ ਦਾ, ਉਹ ਦੂਰ ਹੋ ਜਾਂਦਾ ਹੈ। ਚਉਪਈ ਚਿਤ ਚਕੋਰ ਚਿਤਵਤ ਚਖ ਸਾਰੇ। ਸਾਰੇ ਹੀ ਨੇਤਰ ਚਕੋਰ ਦੀ ਨਿਆਈ ਚੰਦਰਮਾ ਰੂਪ ਗੁਰੂ ਸਾਹਿਬ ਦਾ ਦਰਸ਼ਨ ਕਰਦੇ ਹਨ। ਵਿਖੇ ਮਨੋਰਥ ਕੋਕ ਦੁਖਾਰੇ। ਵਿਸ਼ੇ ਜਿਹੜੇ ਨੇ ਵਿਸ਼ੇ ਵਿਕਾਰਾਂ ਦੇ ਸੰਕਲਪ ਹਨ, ਉਹ ਚੱਕਵੀਆਂ ਦੀ ਨਿਆਈ ਦੁਖੀ ਹੁੰਦੇ ਹਨ ਚੰਦਰਮਾ ਨੂੰ ਦੇਖ ਕੇ। ਦੁਖ ਸੁਖ ਸਮਤਾ ਜੌਨ ਸੁਹਾਈ। ਸੁੱਖ ਤੇ ਦੁੱਖ ਵਿੱਚ ਸਮਾਨ ਬਿਰਤੀ ਇਹੋ ਹੀ ਚਾਂਦਨੀ ਹੈ ਚੰਦਰਮਾ ਰੂਪ ਗੁਰੂ ਦੀ। ਦਵੈਤ ਦੁਹਾਗਣ ਕੋ ਦੁਖਦਾਈ। ਦਵੈਤ ਰੂਪ ਦੁਹਾਗਣ ਨੂੰ ਦੁਖੀ ਕਰਦਾ ਹੈ ਚੰਦਰਮਾ, ਜਿਹੜਾ ਗੁਰੂ ਸਾਹਿਬ ਦਾ ਰੂਪ ਹੈ ਦਰਸ਼ਨ। ਸੁਮਤ ਸੁਹਾਗਣ ਕੋ ਸੁਖਕਾਰੀ। ਜਿਹੜੀ ਸੋਹਣੀ ਮਤ ਹੈ, ਸੁਹਾਗਣ ਹੈ, ਉਹਨੂੰ ਬੜਾ ਭਾਰੀ ਸੁਖ ਹੁੰਦਾ ਦਰਸ਼ਨ ਕਰਕੇ ਗੁਰੂ ਸਾਹਿਬ ਦੇ। ਸ਼ੁਭ ਗੁਣ ਖਿਰੀ ਕੁਮੁੰਦਨੀ ਬਾਰੀ। ਸ਼ੁਭ ਗੁਣਾਂ ਦੀ ਇਸ ਪ੍ਰਕਾਰ ਬਗੀਚੀ ਜਿਹੜੀ ਹੈ ਨਾ, ਕਮੀਆਂ ਦੀ ਬਗੀਚੀ ਖਿੜਦੀ ਹੈ ਚੰਦਰਮਾ ਨੂੰ ਦੇਖ ਕੇ। ਇਸ ਬਿਦ ਸਤਜੁਗ ਸੁਖਕਾਰੀ। ਇਸ ਤਰੀਕੇ ਦੇ ਨਾਲ ਮੇਰੇ ਸਤਿਗੁਰੂ ਪਾਏ ਨੇ ਸੁਖ ਦੇਣ ਵਾਲਾ ਸਤਜੁਗ ਬਣਾ ਦਿੱਤਾ ਹੈ ਸੰਗਤ ਵਿੱਚ। ਸ਼ੁਭ ਗੁਣ ਖਿਰੀ ਕੁਮੁੰਦਨੀ ਬਾਰੀ। ਸ਼ੁਭ ਗੁਣਾਂ ਦੀ ਇਸ ਪ੍ਰਕਾਰ ਕਮੀਆਂ ਦੀ ਬਗੀਚੀ ਖਿੜੀ ਹੈ। ਇਸ ਬਿਦ ਸਤਜੁਗ ਪੁਰ ਕਰਤਾਰਾ। ਕਿਉਂ ਕਰਤਾਰਪੁਰ ਵਿੱਚ ਸਤਜੁਗ ਲਾਤਾ ਮੇਰੇ ਸਤਿਗੁਰਾਂ ਨੇ। ਵਰਤਾਇਓ ਤਿਹ ਕਾਲ ਉਦਾਰਾ। ਸ੍ਰੇਸ਼ਟ ਸਤਿਗੁਰਾਂ ਨੇ ਮਹਾਨ ਸਤਜੁਗ ਵਰਤਾਇਆ ਹੈ। ਤਿਸ ਨਿਸ ਗੁਰ ਜਾਗੇ ਕੀਏ ਮੱਜਨਾ। ਮੇਰੇ ਸਤਿਗੁਰੂ ਜੀ ਸੋ ਅੰਮ੍ਰਿਤ ਵੇਲੇ ਉੱਠ ਕੇ ਇਸ ਪ੍ਰਕਾਰ ਇਸ਼ਨਾਨ ਕੀਤਾ ਹੈ। ਮਿਲੇ ਆਨ ਸਭ ਹੀ ਤਬ ਸੱਜਣ। ਤੋ ਸਾਰੇ ਹੀ ਸਿੱਖ ਸੰਗਤਾਂ ਆਣ ਕੇ ਮਿਲੀਆਂ ਹਨ। ਹੋਤ ਕੀਰਤਨ ਕੀ ਧੁਨ ਪੂਰੀ। ਬੜੀ ਭਾਰੀ ਕੀਰਤਨ ਦੀ ਧੁਨੀ ਹੁੰਦੀ ਹੈ ਗੁਰੂ ਨਾਨਕ ਦੇ ਚਰਨਾਂ ਵਿੱਚ। ਭਾਉ ਸੋ ਭਗਤ ਗਿਆਨ ਕੀ ਪੂਰੀ। ਤੋ ਪ੍ਰੇਮਾ ਭਗਤੀ ਗਿਆਨ ਵਿੱਚ ਪੂਰਨ ਮਹਾਰਾਜ ਦੇ ਚਰਨਾਂ ਵਿੱਚ ਜਸ ਕੀਰਤਨ ਹੋ ਰਿਹਾ ਹੈ। ਭਰੇ ਪ੍ਰੇਮ ਔਰ ਮੋਦ ਬਡਾਈ। ਤੋ ਪ੍ਰੇਮ ਵਿੱਚ ਭਰੇ ਹੋਏ ਬੜੀ ਖੁਸ਼ੀ ਵਧਾਉਂਦੇ ਹਨ। ਕੇਤਕ ਸੁਨਹਿ ਕਿਤਕ ਮੁਖ ਗਾਈ। ਕਿੰਨੇ ਕੁ ਗਾਉਂਦੇ ਆ ਮੁਖ ਤੋਂ, ਕਿੰਨੇ ਕੁ ਸੰਗਤਾਂ ਸੁਣਦੀਆਂ ਹਨ ਜਸ ਨੂੰ। ਤਿਹ ਛਿਨ ਬੈਠੇ ਸੋਚ ਬਿਮੋਚਨ। ਸੋਚਾਂ ਨੂੰ ਕੱਟ ਦੇਣ ਵਾਲੇ ਮੇਰੇ ਗੁਰੂ ਨਾਨਕ ਸਾਹਿਬ ਜੀ ਉਸ ਵੇਲੇ ਬੈਠੇ ਹਨ। ਸੁਨਤਿਓ ਮੁੰਦੇ ਕਮਲ ਦਲ ਲੋਚਨ। ਮੇਰੇ ਸਤਿਗੁਰੂ ਨੇ ਕਮਲ ਸਰੀਖੇ ਨੇਤਰਾਂ ਨੂੰ ਬੰਦ ਕੀਤਾ ਹੈ। ਲੱਗੀ ਸਮਾਦ ਅਖੰਡ ਸਰੂਪਾ। ਅਖੰਡ ਸਰੂਪ ਦੇ ਵਿੱਚ ਇੱਕ ਰਸ ਮਹਾਰਾਜ ਨੇ ਬਿਰਤੀ ਜੋੜ ਲਈ ਹੈ। ਜਿਹ ਤੇ ਜਾਣੇ ਆਨੰਦ ਅਨੂਪਾ। ਜਿਸ ਤੋਂ ਕਹਿੰਦੇ ਨੇ ਉਪਮਾ ਤੋਂ ਰਹਿਤ ਆਨੰਦ ਨੂੰ ਜਾਣਿਆ ਜਾਂਦਾ ਹੈ, ਐਸੀ ਮਹਾਰਾਜ ਨੇ ਸੁਰਤ ਟਿਕਾਈ ਹੈ। ਸਗਰੇ ਅੰਗ ਅਡੋਲ ਰਹਾਏ। ਤੇ ਮਹਾਰਾਜ ਸਮਾਧੀ ਲੀਨ ਹੋ ਗਏ ਨੇ, ਸਾਰੇ ਹੀ ਸਰੀਰ ਦੇ ਅੰਗ ਅਡੋਲ ਹੋ ਗਏ, ਹਿਲਦੇ ਨਹੀਂ ਕੋਈ। ਚਤੁਰ ਮਹੂਰਤ ਜਬੇ ਬਿਤਾਏ। ਚਾਰਕ ਮਹੂਰਤ ਦਾ ਸਮਾਂ, ਜਦੋਂ 2 ਘੜੀਆਂ ਦਾ ਮਹੂਰਤ ਹੁੰਦਾ ਹੈ, ਜਦੋਂ ਇਸ ਪ੍ਰਕਾਰ ਇੰਨਾ ਸਮਾਂ ਗੁਜ਼ਾਰਿਆ ਹੈ ਤਾਂ ਬਿਕਸੇ ਤਬੇ ਰੁਚਿਰ ਜੁਗ ਲੋਚਨ। ਦੋਨੋਂ ਨੇਤਰ ਮੇਰੇ ਸਤਿਗੁਰੂ ਨਾਨਕ ਸਾਹਿਬ ਦੇ ਖਿੜੇ ਖੁੱਲੇ ਹਨ। ਬੋਲੇ ਬਾਣੀ ਬੰਦ ਬਿਮੋਚਨ। ਬੰਧਨਾਂ ਨੂੰ ਕੱਟਣ ਵਾਲੇ ਗੁਰੂ ਸਾਹਿਬ ਨੇ ਫਿਰ ਬਚਨ ਕੀਤਾ ਸਮਾਧੀ ਤੋਂ ਉਥਾਨ ਹੋ ਕੇ। ਆਜ ਸਮਾਵਨ ਭਇਆ ਸੁਭਾਈ। ਕਹਿੰਦੇ ਭਈ ਅੱਜ ਸਾਡਾ ਸਮਾਉਣ ਦਾ ਭਾਵ ਸੱਚਖੰਡ ਨੂੰ ਜਾਣ ਦਾ ਸਮਾਂ ਸ਼ੋਭਨੀਕ ਹੈ। ਅਨਹੁ ਸੌਜ ਬਿਲੰਬ ਗਵਾਏ। ਦੇਰ ਨਾ ਕਰੋ ਤੇ ਸਾਜੋ ਸਮੱਗਰੀ ਲਿਆਓ ਸੰਸਕਾਰ ਕਰਨ ਦੀ ਸਾਰੀ। ਪੁਸਪ ਕਪੂਰ ਪੀਟਰ ਕਨੇਰਾ। ਚੰਦਨ ਹੈ ਤਾਂ ਫੁੱਲ ਲਿਆਓ, ਇਸ ਪ੍ਰਕਾਰ ਚੰਦਨ ਕਪੂਰ ਆਦਿਕ ਲੈ ਕੇ ਆਓ। ਪਟੀਰ ਕਨੇਰਾ। ਪਟੀਰ ਚੰਦਨ ਆਦਿਕ ਲਿਆਓ ਬਹੁਤ ਸਾਰਾ। ਕੁਸ਼ਾ ਗੁਲਾਬ ਸੁਗੰਧ ਬਧੇਰਾ। ਗੁਲਾਬ ਆਦਿਕ ਦੀਆਂ ਸੁਗੰਧੀਆਂ ਤੇ ਕੁਸ਼ਾ ਦੰਭ ਆਦਿਕ ਜਿਹੜਾ ਹੈ ਇਹ ਲਿਆਓ ਬਾਲਣ। ਇਤਿਆਦਿਕ ਪਾਵਨ ਸਭ ਅਨਹੁ। ਇਹ ਸਾਰਾ ਹੀ ਸਮਾਨ ਜਿਹੜਾ ਹੈ ਪਵਿੱਤਰ ਲੈ ਕੇ ਆਓ। ਕਰਹੁ ਹਰਖ ਕਛ ਸ਼ੋਕ ਨ
ਠਾਨਹੁ। ਪਰ ਸਾਰੇ ਖੁਸ਼ੀ ਕਰੋ, ਕਹਿੰਦੇ ਕਿਸੇ ਨੇ ਗਮੀ ਨਹੀਂ ਕਰਨੀ ਹੈ ਸਾਡੇ ਸੱਚਖੰਡ ਜਾਣ ਦੀ। ਸੁਨ ਅਸ ਬਚਨ ਮਿਰਦਲ ਜਗ ਗੁਰ ਕੇ। ਜਗਤ ਗੁਰੂ ਨਾਨਕ ਸਾਹਿਬ ਦੇ ਐਸੇ ਬਚਨ ਸੁਣ ਕੇ ਸਾਰਿਆਂ ਨੇ ਸਿੱਖਨ ਕੇ ਲੋਚਨ ਜਲ ਢਰ ਕੇ। ਗੁਰਸਿੱਖਾਂ ਦੇ ਨੇਤਰਾਂ ਵਿੱਚ ਵਿਰਾਗ ਦਾ ਜਲ ਆ ਗਿਆ ਹੈ। ਸਗਰੇ ਪੁਰ ਮਹਿ ਪਰਿਓ ਸੋ ਰੌਰਾ। ਸਾਰੇ ਕਰਤਾਰਪੁਰ ਰੌਲਾ ਪੈ ਗਿਆ ਵੀ ਗੁਰੂ ਨਾਨਕ ਸਾਹਿਬ ਸੱਚਖੰਡ ਚੱਲੇ ਹਨ। ਰੁਦਨ ਕਰਤ ਭੇ ਜਿਤ ਕਿਤ ਠੌਰਾ। ਜਿੱਥੇ ਕਿੱਥੇ ਕਹਿੰਦੇ ਨੇ ਸਾਰੇ ਹੀ ਵਿਰਾਗ ਵਿੱਚ ਸੋ ਰੋਣ ਲੱਗ ਪਏ ਨੇ। ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀਆਂ ਮੌਜਾਂ ਮਾਣੀਆਂ ਜਿਨ੍ਹਾਂ ਨੇ ਹੁਣ ਵਿਛੋੜਾ ਹੋਣ ਲੱਗਾ ਜਦੋਂ ਬਚਨ ਸੁਣੇ, ਇਉਂ ਵਿਰਾਗਮਈ ਅਵਸਥਾ ਸਭ ਦੀ ਬਣੀ ਹੈ। ਧੰਨ ਮੇਰੇ ਸ਼ਹਿਨਸ਼ਾਹ ਪਿਤਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਰਤਾਰਪੁਰ ਸਾਹਿਬ ਵਿੱਚ ਐਸੀਆਂ ਰੌਣਕਾਂ ਲਾ ਕੇ ਤੋ ਜਿਸ ਤਰ੍ਹਾਂ ਸੱਚਖੰਡ ਨੂੰ ਪਿਆਨਾ ਕਰਦੇ ਹਨ, ਕਵੀ ਜੀ ਅੱਖਰਾਂ ਦੁਆਰਾ ਉਹਨਾਂ ਦਾ ਬਿਆਨ ਜਿਹੜਾ ਪ੍ਰਸੰਗ ਵਿੱਚ ਕਰਦੇ ਹਨ। ਸਮੇਂ ਅਨੁਸਾਰ ਸਰਵਣ ਕਰਕੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਦੇ ਪਾਤਰ ਬਣਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਅੱਗੇ ਮਹਾਰਾਜ ਦਾ ਜਸ ਹੋਰ ਸਰਵਣ ਕਰੀਏ। ਸਮੇਂ ਅਨੁਸਾਰ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣਾਂਗੇ। ਸਤਿਗੁਰੂ ਦਾ ਉਪਦੇਸ਼ ਹਿਰਦੇ ਵਸੇ, ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਸਣੀਆਂ, ਯਹੋਵਾ ਸਾਹਿਬ ਸੋ ਮੇਲ ਦੀ ਦਾਤ ਪ੍ਰਾਪਤ ਹੋਵੇ। ਸੁਨ ਅਸ ਬਚਨ ਮਿਰਦਲ ਜਗ ਗੁਰ ਕੇ। ਸਿੱਖਨ ਕੇ ਲੋਚਨ ਜਲ ਢਰ ਕੇ। ਸਗਰੇ ਪੁਰ ਮਹਿ ਪਰਿਓ ਸੋ ਰੌਰਾ। ਰੁਦਨ ਕਰਤ ਭੇ ਜਿਤ ਕਿਤ ਠੌਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।